ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਇਕ ਅਦੁੱਤੀ ਗੁਰੂ ਨਾਨਕ ਦੇਵਾ। ਓੰਕਾਰ ਗੁਰ ਅੰਗਦ ਅਭੇਵਾ। ਸਤਨਾਮ ਗੁਰ ਅਮਰ ਪਿਆਰੇ। ਕਰਤਾ ਰਾਮਦਾਸ ਨਿਰਵਾਰੇ। ਪੁਰਖ ਗੁਰੂ ਅਰਜਨ ਸੁਖਦਾਨੀ। ਨਿਰਭਉ ਹਰਿ ਗੋਬਿੰਦ ਗੁਣ ਖਾਨੀ। ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ। ਅਕਾਲ ਮੂਰਤਿ ਹਰਿ ਕ੍ਰਿਸ਼ਨ ਧਿਆਏ। ਅਜੂਨੀ ਤੇਗ ਬਹਾਦਰ ਰਾਏ। ਸਹਿ ਭੰਗ ਸ੍ਰੀ ਦਸ਼ਮੇਸ਼ ਸਹਾਇ। ਗੁਰ ਪ੍ਰਸਾਦ ਗੁਰੂ ਗ੍ਰੰਥ ਗਿਆਨਾ। ਵਾਹਿਗੁਰੂ ਬੰਦਨ ਭਗਵਾਨਾ। ਜਪ ਤਪ ਸੰਜਮ ਧਰਮ ਨਾ ਕਮਾਇਆ। ਸੇਵਾ ਸਾਧਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ। ਸਰਨ ਪਰੇ ਕੀ ਰਾਖੋ ਸਰਮਾ। ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੇ। ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੇ ਜੀ। ਐਸੇ ਗੁਰ ਕੋ ਬਲ ਬਲ। ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ। ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੇ ਜੀ। ਆਪ ਮੁਕਤ ਮੋਹਿ ਤਾਰੇ। ਆਪ ਮੁਕਤ ਮੋਹਿ ਤਾਰੇ। ਆਪ ਮੁਕਤ ਮੋਹਿ ਤਾਰੇ। ਆਪ ਮੁਕਤ ਮੋਹਿ ਤਾਰੇ। ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੇ ਜੀ। ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੇ। ਐਸੇ ਗੁਰ ਕੋ ਬਲ ਬਲ ਜਾਈਐ।
ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕਉ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ, ਕਵਨ 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 ਗੁਣ ਕਹੀਐ। ਅੰਤ ਨਹੀਂ ਕਿਛ ਪਾਰੈ, ਲਾਖ 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 ਕਈ ਕੋਰੈ। ਕੋਹੈ ਸੋ ਵਿਚਾਰੈ, ਬਿਸਮ 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 ਹੀ ਪਈ ਹੈ। ਲਾਲ ਗੁਲਾਲ ਰੰਘਾਰੈ, ਕਹੋ ਨਾਨਕ ਸੰਤਨ ਰਸ ਆਈ ਹੈ। ਜਿਉ ਚਾਖ ਗੁੰਗਾ ਮੁਸਕਾਰੈ, ਬਲ ਬਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ। ਬਲ ਬਲ ਜਾਵਾਂ ਐਸਿਆਂ ਗੁਰਾਂ ਤੋਂ। ਬਲ ਬਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ। ਬਲ ਬਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ। ਬਲ ਬਲ ਜਾਵਾਂ ਜੀ ਮੈਂ ਐਸਿਆਂ। ਬਲ ਬਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ। ਬਲ ਜਾਵਾਂ ਜੀ ਮੈਂ ਐਸਿਆਂ। ਮੈਂ ਬਲ ਬਲ ਜਾਵਾਂ ਬਲਿਹਾਰੀ ਗੁਰ ਆਪਣੇ। ਦਿਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਦੁਨਿਆਵੀ ਘਰਾਂ ਤੋਂ ਚੱਲ ਕੇ ਉਦਮ ਪ੍ਰਸ਼ਾਰਥ ਕਰਕੇ ਮਨ ਵਿੱਚ ਸ਼ਰਧਾ ਤੇ ਪ੍ਰੇਮ ਲੈ ਕੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਵ ਕਲਾ ਭਰਪੂਰ ਬਾਣੀ ਕੇ ਬੋਹਿਤ ਗੁਰੂਆਂ ਦਾ ਗੁਰੂ। ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਗੁਰਬਾਣੀ ਦਾ ਹਰੀ ਜਸ ਕੀਰਤਨ ਤੇ ਬਾਬਾ ਜਸਵੀਰ ਸਿੰਘ ਜੀ ਤੋਂ ਗੁਰਬਾਣੀ ਦੀਆਂ ਵਿਚਾਰਾਂ, ਪਰਮਾਰਥ ਦੀਆਂ ਵਿਚਾਰਾਂ ਆਪ ਸਰਵਣ ਕਰ ਰਹੇ ਸੀ। ਬਾਕੀ ਜੋ ਸਮਾਂ ਆਪਣੇ ਕੋਲ ਬਚਦਾ ਹੈ ਉਹਨੂੰ ਵੀ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਹਰ ਕੀਆਂ ਕਥਾ ਕਹਾਣੀਆਂ ਕਰਕੇ ਅਤੇ ਸੁਣ ਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਲੇਖੇ ਵਿੱਚ ਲਾਉਣਾ ਹੈ। ਸਤਿਕਾਰਯੋਗ ਸੰਤ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼
ਜਿਨ੍ਹਾਂ ਦੇ ਬੜੇ ਵੱਡੇ ਫਰਜ਼ ਨੇ, ਬੜੀਆਂ ਵੱਡੀਆਂ ਡਿਊਟੀਆਂ ਨੇ, ਉਹ ਕਿਸੇ ਦੀ ਵਡਿਆਈ ਦੇ ਮੁਤਾਜ ਨਹੀਂ। ਸਾਰਾ ਇਲਾਕਾ ਭਲੀ ਭਾਂਤ ਉਹਨਾਂ ਨੂੰ ਜਾਣਦਾ ਹੈ। ਬੜਾ ਦੈਵੀ ਸੁਭਾਅ ਹੈ, ਬੜੀ ਕਰਨੀ ਕਥਨੀ ਦੇ ਮਾਲਕ ਨੇ। ਆਪ ਆਉਣਾ ਸੀ ਮਹਾਂਪੁਰਸ਼ਾਂ ਨੇ, ਪਰ ਸਿੰਘਾਂ ਨੇ ਦੱਸਿਆ ਉਹ ਦਰਬਾਰ ਸਾਹਿਬ ਤੋਂ, ਅੰਮ੍ਰਿਤਸਰ ਤੋਂ ਹੁਣੇ ਆਏ ਸੀ। ਸਰੀਰ ਦੇ ਨਾਲ ਹੀ ਸਭ ਮੁਸ਼ੱਕਤ ਹੁੰਦੀ ਹੈ। ਸੋ ਉਹਨਾਂ ਨੇ ਆਪਣੇ ਜਥੇਦਾਰਾਂ ਨੂੰ ਭੇਜਿਆ ਹੈ ਕਿ ਹਾਜ਼ਰੀ ਲਾ ਕੇ ਆਓ, ਸੰਗਤ ਨਾਲ ਪ੍ਰੇਮ ਹੈ। ਧੰਨਵਾਦ ਮਹਾਂਪੁਰਸ਼ਾਂ ਦਾ। ਗੁਰੂ ਕੀ ਸੰਗਤ ਦੂਰੋਂ ਦੂਰੋਂ ਪਹੁੰਚੀ ਹੈ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਮਿਸਤਰੀ ਫਾਰਮ ਦੇ ਗੁਰਮੁਖ ਪਿਆਰਿਆਂ ਨੇ ਇਹ ਪਿਛਲੇ ਸਾਲਾਂ ਦੀ ਤਰ੍ਹਾਂ ਉਦਮ ਉਪਰਾਲਾ ਕੀਤਾ ਹੈ। ਉਹ ਮਹਾਨ ਸ਼ਹੀਦਾਂ ਦੀ ਯਾਦ ਵਿੱਚ 4 ਦੀਵਾਨ ਰੱਖੇ ਸਨ। ਅੱਜ ਚੌਥਾ ਦੀਵਾਨ, ਭਾਵ ਕਿ ਇਸ ਪੰਡਾਲ ਦਾ ਅੱਜ ਅਖੀਰਲਾ ਦੀਵਾਨ। ਜੋ ਕੁਛ ਆਪਾਂ ਨੂੰ ਦਿਸ ਰਿਹਾ ਹੈ, ਆਪਾਂ ਦੇਖ ਰਹੇ ਹਾਂ, ਜਿਹਨੂੰ ਉਹਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਹੈ। ਜਿਹੜਾ ਸਾਹਮਣੇ ਦਿਸ ਹੀ ਰਿਹਾ ਹੋਵੇ ਉਹਨੂੰ ਉਦਾਹਰਨਾਂ ਦੇ ਕੇ ਸਮਝਾਉਣ ਦੀ ਲੋੜ ਨਹੀਂ ਪੈਂਦੀ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਬੜਾ ਸੁਚੱਜਾ ਪ੍ਰਬੰਧ ਕੀਤਾ। ਇੱਕ ਪਾਸੇ ਗੁਰੂ ਕੇ ਲੰਗਰ ਚੱਲ ਰਹੇ ਨੇ, ਇੱਕ ਪਾਸੇ ਅੱਜ ਚੌਥਾ ਦਿਨ ਹੈ, ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ। ਸਾਰੇ ਨਗਰ ਦੀ ਸੰਗਤ, ਛੋਟੇ ਛੋਟੇ ਬੱਚੇ, ਨੌਜਵਾਨ, ਬਜ਼ੁਰਗ, ਮਾਈ ਭਾਈ, ਸਾਰੇ ਕਮਰ ਕੱਸੇ ਕਰਕੇ ਸੇਵਾ 'ਚ ਲੱਗੇ ਹੋਏ ਨੇ। ਬੜੀ ਸ਼ਰਧਾ, ਬੜੇ ਪ੍ਰੇਮ ਦਾ ਸਬੂਤ ਦਿੱਤਾ ਸੰਗਤ ਨੇ। ਗੁਰੂ ਕਿਰਪਾ ਕਰੇ, ਸੰਗਤ ਦੇ ਸਿਰ 'ਤੇ ਸਦਾ ਹੀ ਮਿਹਰ ਭਰਿਆ ਹੱਥ ਰੱਖੇ। ਸਿੱਖੀ ਦੀ ਦਾਤ, ਸੇਵਾ ਸਿਮਰਨ ਦੀ ਦਾਤ, ਚੜ੍ਹਦੀ ਕਲਾ ਬਖਸ਼ਣ ਮਹਾਰਾਜ। ਕੱਲ੍ਹ 8 ਪੋਹ ਸੀ। ਕੱਲ੍ਹ ਗੜ੍ਹੀ ਚਮਕੌਰ ਵਿੱਚ ਕਲਗੀਧਰ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ, 3 ਪਿਆਰੇ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ। ਏਡੀ ਮਹਾਨ ਧਰਤੀ ਹੈ ਗੜ੍ਹੀ ਚਮਕੌਰ ਦੀ, ਜਿੱਥੇ 2 ਸਾਹਿਬਜ਼ਾਦੇ ਅਤੇ 3 ਪਿਆਰੇ ਉਹ ਗੜ੍ਹੀ ਚਮਕੌਰ ਦੇ ਮੈਦਾਨੇ ਜੰਗ ਵਿੱਚ ਜੰਗ ਕਰਕੇ ਸ਼ਹੀਦ ਹੋਏ ਨੇ। ਹੋਰ ਵੀ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸੋ ਦੁਨੀਆ ਵਿੱਚ ਇੱਕੋ ਹੀ ਪਿਤਾ ਹੋਇਆ, ਧੰਨ ਕਲਗੀਧਰ ਪਾਤਸ਼ਾਹ। ਪੁੱਤਰ ਸ਼ਹੀਦ ਹੋ ਕੇ ਧਰਤੀ 'ਤੇ ਡਿੱਗਦੇ ਨੇ ਅਤੇ ਕਲਗੀਧਰ ਪਾਤਸ਼ਾਹ ਬੁਲੰਦ ਆਵਾਜ਼ ਨਾਲ ਜੈਕਾਰਾ ਛੱਡਦੇ ਹੈ। ਜਿਹੜੇ ਦੁਸ਼ਮਣ ਚੜ੍ਹ ਕੇ ਵੀ ਆਏ ਸੀ ਨਾ ਮਾਰ ਦੇ ਉੱਤੇ, ਜਿੰਨੇ ਸੂਬਾ ਕਸ਼ਮੀਰ, ਸੂਬਾ ਜੰਮੂ, ਸੂਬਾ ਲਾਹੌਰ, ਸੂਬਾ ਸਰਹੰਦ, ਸੂਬਾ ਮਲੇਰਕੋਟਲਾ, ਇਹ ਸਾਰੇ ਸੂਬੇ ਵੀ ਆਪਸ ਵਿੱਚ ਗੱਲਾਂ ਕਰ ਰਹੇ ਸੀ ਕਿ ਪੁੱਤਰ ਸ਼ਹੀਦ ਹੋਣ ਤੋਂ ਬਾਅਦ ਵੀ ਜਿਨ੍ਹਾਂ ਦੇ
ਖਿਆਲ ਚੜ੍ਹਦੀ ਕਲਾ ਵਿੱਚ ਨੇ, ਕਿਹੜੀ ਦੁਨੀਆ ਦੀ ਤਾਕਤ ਇਹਨਾਂ ਨੂੰ ਹਰਾ ਸਕਦੀ ਹੈ। 8 ਪੋਹ ਦਾ ਦਿਨ ਛਿਪ ਗਿਆ। ਪਰਿਵਾਰ ਦਾ ਕੋਈ ਮੈਂਬਰ ਨਾਲ ਨਹੀਂ ਹੈ। ਥੋੜ੍ਹੇ ਜਿਹੇ ਸਿੰਘ ਰਹਿ ਗਏ ਗੜੀ ਚਮਕੌਰ ਵਿੱਚ। ਗੁਰਮਤਾ ਕਰ ਰਹੇ ਨੇ ਸਿੰਘਾਂ ਨਾਲ ਕਿ ਕੱਲ੍ਹ ਨੂੰ ਅਸੀਂ ਮੈਦਾਨੇ ਜੰਗ ਵਿੱਚ ਆਪ ਜੰਗ ਕਰਕੇ ਸ਼ਹਾਦਤ ਪ੍ਰਾਪਤ ਕਰਾਂਗੇ। ਸਿੰਘਾਂ ਨੇ ਵਿਚਾਰ ਕੀਤੀ, ਜੇ ਕਲਗੀਧਰ ਪਾਤਸ਼ਾਹ ਸ਼ਹੀਦ ਹੋ ਗਏ ਤਾਂ ਸਾਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਵਰਗਾ ਗੁਰੂ ਨਹੀਂ ਮਿਲਣਾ। ਜੇ ਸਾਡੀ ਬੇਨਤੀ ਮੰਨ ਕੇ ਗੜੀ ਛੱਡ ਕੇ ਚਲੇ ਜਾਣ, ਸਾਡੇ ਵਰਗੇ ਲੱਖਾਂ ਖਾਲਸੇ ਹੋਰ ਸਾਜ ਦੇਣਗੇ। ਸਾਧ ਸੰਗਤ ਜੀ, ਕਿੱਡੇ ਕਿੱਡੇ ਕਾਰਜ ਕੀਤੇ ਗੁਰੂ ਜੀ ਨੇ ਅੱਗੇ ਜਾ ਕੇ। 9 ਮਹੀਨੇ 9 ਦਿਨ 9 ਘੜੀਆਂ 9 ਪਲ ਰਹੇ ਦਮਦਮਾ ਸਾਹਿਬ। ਇੱਕ ਓਂਕਾਰ ਤੋਂ ਲੈ ਕੇ 18 ਹੈ 10-20 ਤੱਕ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ ਅਨੁਭਵ ਨਾਲ। ਭਾਈ ਮਨੀ ਸਿੰਘ ਜੀ ਤੋਂ ਲਿਖਾਈ। ਇੱਥੇ 1,33,000 ਸਿੰਘ ਨੇ ਅੰਮ੍ਰਿਤ ਛਕਿਆ ਦਮਦਮਾ ਸਾਹਿਬ ਇੰਨੇ ਸਮੇਂ ਦੇ ਵਿੱਚ। ਨਾ ਹਜ਼ੂਰ ਸਾਹਿਬ ਹੁੰਦਾ, ਨਾ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ੀ ਮਹਾਰਾਜ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ। ਇਹ ਸਾਰੇ ਕਾਰਜ ਸੱਚੇ ਪਾਤਸ਼ਾਹ ਨੇ ਕਰਨੇ ਸੀ। ਮਹਾਰਾਜ ਕਹਿੰਦੇ, ਨਹੀਂ ਸਿੰਘੋ, ਦੁਨੀਆ ਕਹੇਗੀ ਬਗਾਨੇ ਮਰਵਾ ਕੇ ਆਪ ਛੱਡ ਕੇ ਤੁਰ ਗਿਆ। ਅਸੀਂ ਪਹਿਲਾਂ ਸ਼ਹੀਦ ਹੋਵਾਂਗੇ, ਤੁਸੀਂ ਬਾਅਦ ਸ਼ਹਾਦਤਾਂ ਪ੍ਰਾਪਤ ਕਰਨੀਆਂ। ਬਹੁਤ ਵਾਰੀ ਸਿੰਘਾਂ ਨੇ ਆਖਿਆ, ਪਰ ਮਹਾਰਾਜ ਨਹੀਂ ਮੰਨੇ। ਫਿਰ 5 ਸਿੰਘ ਪੰਥ ਦੇ ਰੂਪ ਵਿੱਚ। ਦੇਖੋ, ਜਿਹੜਾ ਗੁਰੂ ਮਰਿਆਦਾ ਬਣਾਉਂਦਾ ਹੈ ਉਹ ਆਪਣੀ ਮਰਿਆਦਾ ਨੂੰ ਆਪ ਮੰਨਦਾ ਹੈ। ਜਿਹੜੀ ਮਰਿਆਦਾ ਕਲਗੀਧਰ ਪਾਤਸ਼ਾਹ ਨੇ ਬਣਾਈ ਉਹਨੂੰ ਕਲਗੀਧਰ ਪਾਤਸ਼ਾਹ ਆਪ ਮੰਨਦੇ ਨੇ। ਪਰ ਅੱਜ ਮਰਿਆਦਾ ਦੱਸਣ ਵਾਲਿਆਂ ਕੋਲ ਹੀ ਮਰਿਆਦਾ ਨਹੀਂ ਹੈ। ਉਹਨਾਂ ਦੀ ਮਰਿਆਦਾ ਨੂੰ ਮੰਨੇਗਾ ਕੌਣ? ਪੰਜ ਸਿੰਘ ਕਹਿਣ ਲੱਗੇ, ਮਹਾਰਾਜ ਪੰਥ ਤੁਹਾਨੂੰ ਹੁਕਮ ਕਰਦਾ ਹੈ, ਤੁਸੀਂ ਗੜੀ ਚਮਕੌਰ ਛੱਡ ਕੇ ਚਲੇ ਜਾਓ। 5 ਸਿੰਘਾਂ ਦੇ ਅੱਗੇ ਹੱਥ ਜੋੜ ਕੇ ਸੀਸ ਨਵਾਤਾ ਕਲਗੀਧਰ ਪਾਤਸ਼ਾਹ ਨੇ। ਸਿੰਘੋ, ਪੰਥ ਦਾ ਹੁਕਮ ਸਿਰ ਮੱਥੇ, ਪਰ ਅਸੀਂ ਲੁੱਕ ਕੇ ਛਿਪ ਕੇ ਨਹੀਂ ਜਾਣਾ, ਵੰਗਾਰ ਕੇ ਲਲਕਾਰ ਕੇ ਨਿਕਲਾਂਗੇ। ਭਾਈ ਸੰਗਤ ਸਿੰਘ ਰੰਗਰੇਟਾ ਗੁਰੂ ਕਾ ਬੇਟਾ, ਉਹਦਾ ਕੱਦ ਕਲਗੀਧਰ ਪਾਤਸ਼ਾਹ ਨਾਲ ਮਿਲਦਾ ਜੁਲਦਾ ਹੈ ਅਤੇ ਰੰਗ ਰੂਪ ਵੀ ਥੋੜ੍ਹਾ ਜਿਹਾ ਮਿਲਦਾ ਹੈ। ਕਲਗੀਧਰ ਪਾਤਸ਼ਾਹ ਨੇ ਬੁਲਾਇਆ ਭਾਈ ਸੰਗਤ ਸਿੰਘ ਨੂੰ। ਆਪਣੇ ਸੀਸ ਤੋਂ ਕਲਗੀ ਲਾਈ ਅਤੇ ਭਾਈ ਸੰਗਤ ਸਿੰਘ ਦੇ ਸੀਸ 'ਤੇ ਸਜਾਉਣ ਲੱਗੇ। ਭਾਈ ਸੰਗਤ ਸਿੰਘ ਹੱਥ ਜੋੜ ਕੇ ਕਹਿੰਦਾ, ਮਹਾਰਾਜ ਸਾਰੀ ਜ਼ਿੰਦਗੀ ਮੈਨੂੰ ਆਪ ਜੀ ਨੇ ਗੱਲ ਨਾਲ ਲਾ ਕੇ ਰੱਖਿਆ ਹੈ। ਜਿਹਨੂੰ ਸਦੀਆਂ ਤੋਂ ਲੈ ਕੇ ਸ਼ੂਦਰ ਕਹਿ ਕੇ ਨਿਰਾਦਰ ਕਰਦੇ ਰਹੇ, ਆਪਣੇ ਚੌਂਕੇ 'ਚ ਪ੍ਰਸ਼ਾਦਾ ਨਹੀਂ ਦਿੱਤਾ, ਮੈਨੂੰ ਵਿੱਦਿਆ ਪੜ੍ਹਨ ਨਹੀਂ ਦਿੱਤੀ, ਕਿਸੇ ਨੇ ਘੋੜੇ 'ਤੇ ਚੜ੍ਹਨ ਨਹੀਂ ਦਿੱਤਾ,
ਪਰ ਤੁਹਾਡੇ ਦਿਲ ਦਰਿਆ ਦਾ ਕਿਸੇ ਨੇ ਅੰਤ ਨਹੀਂ ਪਾਇਆ। ਪਟਨੇ ਦੀਆਂ ਗਲੀਆਂ ਵਿੱਚ ਮਹਾਰਾਜ ਦੇ ਨਾਲ ਖੇਡਦਾ ਰਿਹਾ ਭਾਈ ਸੰਗਤ ਸਿੰਘ। ਸਾਰੇ ਜੰਗਾਂ ਯੁੱਧਾਂ ਦੇ ਨਾਲ ਰਿਹਾ। ਫਿਰ ਹੁਣ ਸੱਚੇ ਪਾਤਸ਼ਾਹ ਆਪਣੀ ਸ਼ਾਨ ਕਲਗੀ ਮੇਰੇ ਸੀਸ 'ਤੇ ਸਜਾਉਣ ਲੱਗੇ ਹੋ। ਸਾਧ ਸੰਗਤ ਜੀ, ਬੜੀਆਂ ਸਰਕਾਰਾਂ ਆਈਆਂ, ਬੜੀਆਂ ਨੇ ਦਾਅਵੇ ਕੀਤੇ ਅਸੀਂ ਗਰੀਬਾਂ ਨੂੰ ਉੱਚਾ ਚੱਕ ਰਹੇ ਹਾਂ, ਗਰੀਬਾਂ ਨੂੰ ਉੱਚਾ ਚੱਕਾਂਗੇ। ਜੇ ਉਹਨਾਂ ਨੂੰ ਪੁੱਛੇ ਵੀ ਇਹਨਾਂ ਨੂੰ ਨੀਵਾਂ ਕਿਹਨੇ ਕਰਿਆ ਸੀ, ਨੀਵਾਂ ਵੀ ਤਾਂ ਤੁਸੀਂ ਕਰਿਆ। ਸਾਨੂੰ ਜਾਤਾਂ ਦੇ ਆਧਾਰ 'ਤੇ ਵੰਡ ਕੇ, ਧਰਮਾਂ ਦੇ ਆਧਾਰ 'ਤੇ ਵੰਡ ਕੇ ਦੁਬਿਧਾ ਦੇ ਵਿੱਚ ਉਦੋਂ ਸਿਆਣੇ ਆਪਾਂ ਜਿਹੜੇ ਉਹਨਾਂ ਦੇ ਆਖੇ ਲੱਗ ਕੇ ਗੁਰਦੁਆਰੇ ਲਹਿਦਾ ਬਣਾਏ ਹੋਏ ਨੇ। ਕੰਧਾਂ ਲਹਿਦਾ ਬਣ ਗਈਆਂ ਨੇ, ਪਰ ਪ੍ਰਕਾਸ਼ ਉੱਥੇ ਇੱਕੋ ਹੀ ਸੱਚੇ ਪਾਤਸ਼ਾਹ ਨੇ, ਮੱਥਾ ਉਹਨੂੰ ਹੀ ਟੇਕਣਾ ਹੈ। ਜਿਹੜੀ ਹੰਕਾਰ ਦੀਆਂ ਕੰਧਾਂ ਵਿੱਚੋਂ ਕੱਢਣੀਆਂ ਸੀ ਉਹ ਆਪਾਂ ਕੱਢੀਆਂ ਨਹੀਂ। ਸੱਚੇ ਪਾਤਸ਼ਾਹ ਨੇ ਇੱਕ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਸਭ ਨੂੰ ਭਾਈ ਭਾਈ ਬਣਾਇਆ। ਇੱਕ ਗੁਰੂ ਨਾਨਕ ਦਾ ਘਰ ਹੈ ਜਿਹਦੇ ਕਾਰਨ ਮਾਣਿਆਂ ਨੂੰ ਮਾਣ ਦਿੱਤਾ ਹੈ, ਨਤਾਣਿਆਂ ਨੂੰ ਤਾਣ ਦਿੱਤਾ ਹੈ, ਜਿਹਦੀ ਓਟ ਨਹੀਂ ਨੂੰ ਗੁਰੂ ਨਾਨਕ ਦੇ ਘਰ 'ਚ ਓਟ ਮਿਲੀ। ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦਾ ਮਹਾਰਾਜ, ਇੰਨਾ ਮੈਨੂੰ ਆਪ ਜੀ ਨੇ ਮਾਣ ਬਖਸ਼ਿਆ ਕਿ ਜਿਹਨੂੰ ਕਿਸੇ ਨੇ ਆਪਣੇ ਚੌਂਕੇ 'ਚ ਨਹੀਂ ਸੀ ਸਦੀਆਂ ਤੋਂ ਬਹਿਣ ਦਿੱਤਾ। ਗੁਰੂ ਨਾਨਕ ਦਾ ਘਰ ਐਸਾ ਹੈ। ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੈ। ਉੱਚ ਕਰੇ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੈ। ਕਰੇ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੈ। ਓ ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੈ। ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕਾਹੂੰ ਤੇ। ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੈ। ਉੱਚ ਕਰੇ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੈ। ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੈ। ਕਾਹੂੰ ਤੇ ਨਾ ਡਰੈ, ਕਾਹੂੰ ਤੇ ਨਾ ਡਰੈ। ਤੇ ਨਾ ਡਰੈ, ਕਾਹੂੰ ਤੇ ਨਾ ਡਰੈ। ਉੱਚ ਕਰੇ ਮੇਰਾ ਗੋਬਿੰਦ, ਕਾਹੂੰ ਤੇ ਨਾ। ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੈ। ਉੱਚ ਕਰੇ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੈ। ਉੱਚ ਕਰੇ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੈ। ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੈ।
ਭਾਈ ਸੰਗਤ ਸਿੰਘ ਦੇ ਸੀਸ ਤੇ ਕਲਗੀ ਸਜਾ ਕੇ ਹੁਕਮ ਕੀਤਾ, ਕੱਲ੍ਹ ਨੂੰ ਸਵੇਰੇ ਭਾਈ ਸੰਗਤ ਸਿੰਘ ਜੀ ਜਿੱਥੇ ਬੁਰਜ ਵਿੱਚ 2 ਦਿਨ ਮੈਂ ਬੈਠਦਾ ਨਾ, ਉੱਥੇ ਸਵੇਰੇ ਤੁਸੀਂ ਬੈਠਣਾ। ਸਾਰੇ ਸਿੰਘ ਸ਼ਹੀਦ ਹੋ ਜਾਣਗੇ, ਬਾਅਦ ਵਿੱਚ ਤੁਸੀਂ ਸ਼ਹਾਦਤ ਪ੍ਰਾਪਤ ਕਰਨੀ। ਇਹ 3 ਸਿੰਘ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ, ਇਹਨਾਂ ਨੂੰ ਹੁਕਮ ਕੀਤਾ ਤੁਸੀਂ ਸਾਡੇ ਨਾਲ ਗੜੀ ਚੋਂ ਨਿਕਲਣਾ ਹੈ। 3 ਸਿੰਘਾਂ ਨੇ ਇੱਕ ਸਾਹਿਬਜ਼ਾਦਾ ਨਹੀਂ ਰੱਖਿਆ ਵੀ ਆਪਣੇ ਨਾਲ ਲੈ ਕੇ ਚਲੇ ਜਾਣਗੇ। ਪੁੱਤਰ ਵਾਰ ਕੇ ਖਾਲਸੇ ਨੂੰ ਆਪਣੇ ਪੁੱਤਰਾਂ ਤੋਂ ਜ਼ਿਆਦਾ ਪਿਆਰ ਕੀਤਾ ਮਹਾਰਾਜ। ਇਹ ਹੁਣ ਆਪਣੀ ਮਰਜ਼ੀ ਆਪਣੇ ਗਰੀਬਾਨ ਵਿੱਚ ਦੇਖਣਾ ਹੈ ਕਿ ਅਸੀਂ ਗੁਰੂ ਦੇ ਪੁੱਤਰ ਹਾਂ ਜਾਂ ਨਹੀਂ। ਜਦੋਂ ਦਮਦਮਾ ਸਾਹਿਬ ਪੁੱਛਿਆ ਮੇਰੇ ਪੁੱਤਰ ਕਿੱਥੇ ਨੇ ਚਾਰੇ, ਮਾਤਾ ਸੁੰਦਰ ਕੌਰ ਨੇ, ਤੇ ਹੱਥ ਕਰਕੇ ਆਖਿਆ, ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤ ਚਾਰ। ਹੱਥ ਕਰਕੇ ਸਾਡੇ ਵੱਲ। ਹੁਣ ਇਹ ਆਪਾਂ ਸਵੇਰੇ ਸ਼ੀਸ਼ੇ 'ਚ ਮੂੰਹ ਖੜ ਕੇ ਦੇਖ ਲਿਆ ਕਰੋ ਵੀ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹੀ ਆ ਜਾਂ ਫਰਕ ਹੈ। ਐਵੇਂ ਵੀ ਨਹੀਂ ਆਖਿਆ ਕਿ ਵਡਿਆਈ ਦਿੱਤਾ ਪੁੱਤਰਾਂ ਨੂੰ ਕੁਰਬਾਨ ਕਰਕੇ ਆਪਣਿਆਂ ਨੂੰ, ਫਿਰ ਸਾਨੂੰ ਆਪਣੇ ਪੁੱਤਰ ਬਣਾਇਆ ਮਹਾਰਾਜ ਨੇ। 3 ਸਿੰਘਾਂ ਨੂੰ ਆਖਿਆ ਤੁਸੀਂ ਲਹਿਦਾ ਲਹਿਦਾ ਗੜੀ 'ਚੋਂ ਨਿਕਲਣਾ ਹੈ, ਬਾਹਰ ਨਿਕਲ ਕੇ ਜਕਾਰੇ ਛੱਡਣੇ ਹੈ। ਭੁਲੇਖਾ ਪੈ ਜਾਏ ਦੁਸ਼ਮਣ ਨੂੰ ਕਿ ਖਾਲਸੇ ਦੀਆਂ ਫੌਜਾਂ ਹੋਰ ਆ ਗਈਆਂ ਬਾਹਰੋਂ, ਦਿਨ ਚੜ੍ਹਦੇ ਤੱਕ ਕਿ ਲੜ ਕੇ ਆਪ 'ਚ ਮਰਦੇ ਰਹਿਣਗੇ। ਜੋੜਾ ਗੜੀ ਚਮਕੌਰ 'ਚ ਲਾ ਦਿੱਤਾ। ਸਿੰਘਾਂ ਨੇ ਆਖਿਆ, ਮਹਾਰਾਜ ਬਰਫ਼ ਵਰਗੀ ਧਰਤੀ, ਰੋਡ ਕੰਢੇ ਮਾਛੀਵਾੜੇ ਦਾ ਜੰਗਲ, ਕੋਮਲ ਚਰਨ ਕਿਵੇਂ ਤੁਰੋਂਗੇ ਨੰਗੇ ਚਰਨ। ਸਿੰਘੋ ਮੈਂ ਕੰਢੇ ਬਰਦਾਸ਼ਤ ਕਰ ਲਾਂਗਾ, ਰੋਡ ਚੁੱਭਣਗੇ ਜ਼ਖਮ ਹੋਣਗੇ ਮੈਂ ਬਰਦਾਸ਼ਤ ਕਰ ਲਾਂਗਾ, ਪਰ ਇਸ ਮੈਦਾਨੇ ਜੰਗ ਵਿੱਚ ਸਿੰਘ ਸ਼ਹੀਦ ਹੋਏ ਪਏ ਨੇ ਜਿਨ੍ਹਾਂ ਦੇ ਕਈਆਂ ਦੇ ਸਿਰਾਂ 'ਤੇ ਦਮਾਲੇ ਨਹੀਂ। ਉਹਨਾਂ ਦੇ ਕੇਸਾਂ ਨੂੰ ਇਹ ਜੋੜਾ ਲੱਗੇਗਾ। ਮੈਂ ਕੰਢੇ ਬਰਦਾਸ਼ਤ ਕਰ ਸਕਦਾ ਪਰ ਕੇਸਾਂ ਦੀ ਬੇਅਦਬੀ ਨਹੀਂ ਬਰਦਾਸ਼ਤ ਕਰ ਸਕਦਾ। ਕੇਸ ਜਿਨ੍ਹਾਂ ਦਾ ਸੰਬੰਧ ਕੇਸਗੜ੍ਹ ਨਾਲ ਹੈ। ਤੁਹਾਡੀ ਜੇਬ 'ਚ ਮੋਬਾਈਲ ਹੈ, ਸਭ ਦੇ ਹੀ ਹੋਣਾ ਤਕਰੀਬਨ। ਮਹਿੰਗਾ ਬੜਾ ਹੈ ਪਰ ਉਹਦੀ ਰੇਂਜ ਨਹੀਂ ਹੈ, ਫੁੱਟੀ ਕੌਡੀ ਦਾ ਨਹੀਂ, ਉਹ 1 ਪੈਸੇ ਦਾ ਨਹੀਂ। ਉਹ ਸਿੱਖਾ ਤੇਰੀ ਰੇਂਜ ਕੇਸਗੜ੍ਹ ਤੋਂ ਜੁੜੀ ਹੋਈ ਹੈ, ਜੇ ਟੁੱਟ ਗਈ ਫੁੱਟੀ ਕੌਡੀ ਦਾ ਨਹੀਂ। ਭਾਵੇਂ ਤੂੰ ਦੁਨੀਆ ਦਾ ਲੈਣ ਲਾੜ ਕਿਉਂ ਨਾ ਹੋਵੇ, ਜਿਹੜਾ ਮਰਜ਼ੀ ਅਮੀਰ ਹੋਵੇ, ਪਰ ਜੇ ਤੇਰਾ ਕਨੈਕਸ਼ਨ ਟੁੱਟ ਗਿਆ ਨਾ ਕੇਸਗੜ੍ਹ ਨਾਲੋਂ, ਤੇ ਹਾਲਤ ਤੇਰੀ ਵੀ ਉਹੀ ਜਿਵੇਂ ਡੋਰ ਟੁੱਟੇ ਹੋਏ ਪਤੰਗ ਦੀ ਹੁੰਦੀ ਹੈ। ਪਤਾ ਨਹੀਂ ਕਿਹੜੇ ਝਾੜ ਤੂੰਬਾ ਤੂੰਬਾ ਹੋ ਕੇ ਪਿਆ ਹੁੰਦਾ। ਗੜੀ ਚਮਕੌਰ 'ਚੋਂ ਨਿਕਲੇ, 1 ਫਰਲਾਂਗ 'ਤੇ ਜਾ ਕੇ ਤਾੜੀ ਮਾਰੀ ਮਹਾਰਾਜ ਨੇ। ਬੁਲੰਦ ਆਵਾਜ਼ ਨਾਲ ਆਖਿਆ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਜੇ ਕਿਸੇ ਨੇ ਫੜਨਾ ਹੈ ਤਾਂ ਫੜ ਸਕਦਾ ਹੈ। ਨੰਗੇ ਚਰਨ, ਸੀਸ ਤੇ ਕਲਗੀ ਨਹੀਂ, ਹੱਥ ਤੇ ਬਾਜ ਨਹੀਂ, ਸਿਰ ਤੇ ਤਾਜ ਨਹੀਂ, ਕਲਗੀ ਨਹੀਂ ਹੈ। ਤੁਰੇ ਜਾ ਰਹੇ ਨੇ ਮਹਾਰਾਜ ਬਰਫ਼ ਵਰਗੀ ਧਰਤੀ। ਸਾਧ ਸੰਗਤ ਜੀ, ਇਹ ਪ੍ਰਸੰਗ ਤਕਰੀਬਨ ਆਪਾਂ ਨੂੰ ਹਰ ਸਾਲ ਕਥਾਵਾਚਕ ਸਿਆਣੇ ਸੁਣਾਉਂਦੇ ਨੇ।
ਤੇ ਕਈ ਕਹਿੰਦੇ ਹੋਣਗੇ ਤਾਂ ਅਸੀਂ ਬੜੀ ਵਾਰੀ ਪਹਿਲਾਂ ਵੀ ਸੁਣਿਆ ਹੋਇਆ। ਇਹ ਦਿਨ ਜਦੋਂ ਆਉਂਦੇ ਆ ਨਾ, ਤਾਂ ਤੈਨੂੰ ਯਾਦ ਕਰਾਇਆ ਜਾਂਦਾ, ਸਿੱਖਾ ਵੇਸਲਾ ਨਾ ਹੋ ਜੀ ਕਿਤੇ ਭੁੱਲ ਗਿਆ ਹੋਵੇ। ਕੱਲ੍ਹ ਬੇਨਤੀ ਕੀਤੀ ਸੀ, ਇੱਕ ਕਹਿਣਾ ਇੱਕ ਸੁਣਨਾ ਤੇ ਉਹਨੂੰ ਮਹਿਸੂਸ ਕਰਨਾ। ਆਪਾਂ ਜੋੜੇਖਾਨੇ ਤੱਕ ਹੀ ਨੰਗੇ ਪੈਰੀਂ ਤੁਰ ਕੇ ਜਾਇਓ ਤੇ ਆਪ ਹੀ ਪਤਾ ਲੱਗ ਜਾਣਾ ਧੰਨ ਕਲਗੀਧਰ ਪਾਤਸ਼ਾਹ ਕਿਵੇਂ ਤੁਰੇ ਹੋਣਗੇ। 30 ਕਿਲੋਮੀਟਰ ਸਾਰੀ ਰਾਤ ਨੰਗੇ ਚਰਨ ਮਖਮਲੀ ਜੋੜੇ ਪਾਇਆ ਕਰਦੇ ਸੀ। ਤੇ ਸਾਧ ਸੰਗਤ ਜੀ, ਉਹ ਕੰਡਿਆਲੀ ਧਰਤੀ ਰੋੜਾਂ ਵਾਲੀ, ਚਰਨਾਂ ਵਿੱਚ ਕੰਡੇ ਵੱਜ ਵੱਜ ਕੇ ਰੋੜਾਂ ਨੇ ਜ਼ਖਮ ਕਰ ਦਿੱਤੇ। ਉਹ ਜਿੱਥੇ ਪਵਿੱਤਰ ਖੂਨ ਲੱਗਦਾ ਜਿਹੜੀ ਧਰਤੀ ਨੂੰ ਮਹਾਰਾਜ ਦਾ, ਉਹਦੀ ਧਰਤੀ ਦੀ ਕਾਇਆ ਕਲਪ ਕਰ ਰਹੇ ਨੇ ਮਹਾਰਾਜ। ਜਿੱਥੇ ਰੋਡ, ਦਰਿਆਵਾਂ ਵਾਲਾ ਇਲਾਕਾ, ਉਹ ਧਰਤੀ ਸਬੱਜ ਬੱਜ ਮਹਾਰਾਜ ਦੇ ਪਵਿੱਤਰ ਖੂਨ ਨਾਲ। ਸਾਧ ਸੰਗਤ ਜੀ, ਦੁਨੀਆ ਵਿੱਚ ਬਾਦਸ਼ਾਹ ਬੜੇ ਹੋਏ ਨੇ। ਜਿਹੜਾ ਬਾਦਸ਼ਾਹ ਬਣਿਆ ਬਾਦਸ਼ਾਹ ਹੀ ਰਿਹਾ। ਦਰਵੇਸ਼ ਦੁਨੀਆ 'ਚ ਬੜੇ ਹੋਏ ਨੇ। ਜਿਹੜਾ ਦਰਵੇਸ਼ ਹੋਇਆ ਉਹ ਦਰਵੇਸ਼ ਹੀ ਰਿਹਾ। ਇੱਕ ਧੰਨ ਕਲਗੀਧਰ ਪਾਤਸ਼ਾਹ ਨੇ ਜਦੋਂ ਸ਼ਾਹੀ ਤਖਤ ਲਾ ਕੇ ਬੈਠਦੇ ਨੇ ਅਨੰਦਪੁਰ ਸਾਹਿਬ, ਦੁਨੀਆ ਦੇ ਬਾਦਸ਼ਾਹ ਦੀਆਂ ਅੱਖਾਂ ਝੁੰਧਿਆ ਜਾਂਦੀਆਂ, ਨੀਵੀਆਂ ਪੈ ਜਾਂਦੀਆਂ। ਪਹਾੜੀ ਰਾਜਿਆਂ ਦਾ ਪ੍ਰਧਾਨ ਰਾਜਾ ਭੀਮ ਚੰਦ ਸਾਰੇ ਰਾਜਿਆਂ ਦਾ ਪ੍ਰਧਾਨ ਹੈ। ਇਹ ਆਇਆ ਦਰਸ਼ਨ ਕਰਨ ਵਾਸਤੇ ਅਨੰਦਪੁਰ ਸਾਹਿਬ। ਇਹਨੇ ਦੇਖਿਆ ਬੜਾ ਕੀਮਤੀ ਚੰਦੋਆ 1.25 ਲੱਖ ਦਾ ਮਹਾਰਾਜ ਸੀਸ 'ਤੇ ਲੱਗਿਆ। ਚੰਦਨ ਦੀ ਚੌਂਕੀ 'ਤੇ ਮਹਾਰਾਜ ਨੇ ਚਰਨ ਰੱਖਿਆ। ਚਿੱਟੇ ਰੰਗ ਦਾ ਪ੍ਰਸਾਦੀ ਹਾਥੀ, ਛੋਟੇ ਜਿਹੇ ਕੱਦ ਦਾ। ਰਾਜਾ ਰਤਨ ਰਾਏ ਅਸਾਮ ਦਾ ਲੈ ਕੇ ਆਇਆ ਸੀ ਜਿਹੜਾ, ਉਹ ਖੜਾ ਝੂਮ ਰਿਹਾ ਮਹਾਰਾਜ ਦੇ ਕੋਲ। 5 ਘੋੜੇ 1.25 ਲੱਖ ਦੇ ਸ਼ਿੰਗਾਰ ਕੇ ਖੜਾਏ ਹੋਏ ਨੇ। ਬੜੀ ਬੇਕੀਮਤੀ ਕਲਗੀ ਦਮਕਾ ਮਾਰੀ ਮਹਾਰਾਜ ਦੇ ਪਵਿੱਤਰ ਸੀਸ 'ਤੇ। ਸੰਬੱਧ ਸੂਰਮੇ ਸ਼ਸਤਰਧਾਰੀ ਤਿਆਰ ਪਰ ਤਿਆਰ ਪਹਿਰਾ ਦੇ ਰਹੇ ਨੇ। ਇੱਧਰ ਬਾਬੀ ਕੀਰਤਨ ਕਰ ਰਹੇ ਨੇ ਰੱਬੀ ਬਾਣੀ ਦਾ। ਦੇਖਿਆ ਭੀਮ ਚੰਦ ਨੇ ਅੰਦਰੋਂ ਅੰਦਰ ਈਰਖਾ ਨਾਲ ਸੜ ਗਿਆ ਹੋਇਆ ਸੀ। ਦੁਨੀਆ ਦੇ ਬਾਦਸ਼ਾਹ ਇਸ ਦਰਬਾਰ ਅੱਗੇ ਸਾਡੀਆਂ ਬਾਦਸ਼ਾਹੀਆਂ ਕੀ ਮਹਿਣਾ ਰੱਖਦੀਆਂ। ਸੋ ਸਾਧ ਸੰਗਤ ਜੀ, ਜਿਹੜੀ ਦੋਗਲੀ ਨੀਤੀ ਹੁੰਦੀ ਹੈ ਨਾ, ਉੱਤੋਂ ਖੁਸ਼ ਹੋ ਕੇ ਦਿਖਾਉਣਾ ਤੇ ਵਿੱਚੋਂ ਦੁਖੀ। ਰਹਿਤ ਅਵਰ ਕਸ਼ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਅੰਦਰ ਪ੍ਰੀਤ ਨਹੀਂ, ਮੂੰਹ ਤੋਂ ਧਨ ਭਾਗ ਕਿਰਪਾ ਹੋ ਗਈ, ਦਰਸ਼ਨ ਹੋ ਗਏ। ਇਹਨੂੰ ਦੋਗਲੀ ਨੀਤੀ ਕਹਿੰਦੇ ਨੇ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਉਹਨਾਂ ਦੀਆਂ ਗੱਲਾਂ ਕੱਚੀਆਂ ਹੁੰਦੀਆਂ ਨੇ, ਉਹਨਾਂ ਦੀ ਪ੍ਰੀਤ ਕੱਚੀ ਹੁੰਦੀ। ਇਹਨੇ ਸੋਚਿਆ ਕਿ ਵਸਤੂਆਂ ਲੈ ਲਾਂਗੇ, ਫਿਰ ਗੁਰੂ ਜੀ ਨੂੰ ਦਿਆਂਗੇ ਹੀ ਨਾ ਮੁੜ ਕੇ। ਪੰਮੇ ਪ੍ਰੋਤ ਨੂੰ ਭੇਜਿਆ। ਗੁਰੂ ਅੰਤਰਜਾਮੀ ਜਾਣਦਾ, ਦੁਨੀਆ ਨੂੰ ਠੱਗਿਆ ਜਾ ਸਕਦਾ ਹੈ, ਰੱਬ ਨੂੰ, ਗੁਰੂ ਨੂੰ ਠੱਗਿਆ ਨਹੀਂ ਜਾ ਸਕਦਾ। ਸਾਧ ਸੰਗਤ, ਪਰ ਦੁਨੀਆ ਗੁਰੂ ਨੂੰ ਵੀ ਠੱਗਦੀ ਫਿਰਦੀ ਅੱਜ ਕੱਲ੍ਹ। ਉਹਨਾਂ ਵਰਗਾ ਬਾਦਸ਼ਾਹ ਵੀ ਦੁਨੀਆ ਉੱਤੇ ਕੋਈ ਨਹੀਂ। ਉਹਨਾਂ ਵਰਗਾ ਦਰਵੇਸ਼ ਵੀ ਦੁਨੀਆ 'ਤੇ ਨਹੀਂ ਦੇਖਿਆ। ਸਾਰਾ ਪਰਿਵਾਰ ਵਾਰ ਕੇ ਨੰਗੇ ਚਰਨ, ਜਾਮੇ ਦੀਆਂ ਲੀਰਾਂ ਲਮਕਦੀਆਂ ਝਾੜੀਆਂ ਨਾਲ ਅੜ ਕੇ
ਤੁਰੇ ਜਾ ਰਹੇ ਮਹਾਰਾਜ ਮਾਛੀਵਾੜੇ ਦੇ ਜੰਗਲ ਵਿੱਚ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ। ਵਾਲੀ ਸਾਰੀ ਦੁਨੀਆ ਦਾ ਤੁਰਿਆ ਹੈ ਵਾਂਗ ਫਕੀਰਾਂ, ਵਾਲੀ ਸਾਰੀ ਦੁਨੀਆ ਦਾ ਤੁਰਿਆ ਹੈ ਵਾਂਗ ਫਕੀਰਾਂ। ਸਾਰੀ ਦੁਨੀਆ ਦਾ ਤੁਰਿਆ ਹੈ, ਵਾਲੇ ਸਾਰੀ ਦੁਨੀਆ ਦਾ ਵਾਂਗ ਫਕੀਰਾਂ। ਤੁਰਿਆ ਹੈ ਵਾਂਗ ਫਕੀਰਾਂ, ਤੁਰਿਆ ਹੈ, ਤੁਰਿਆ ਹੈ ਵਾਂਗ ਫਕੀਰਾਂ, ਤੁਰਿਆ ਹੈ ਵਾਂਗ ਫਕੀਰਾਂ। ਵਾਲੀ ਸਾਰੀ ਦੁਨੀਆ ਦਾ ਤੁਰਿਆ ਹੈ, ਵਾਲੀ ਸਾਰੀ ਦੁਨੀਆ ਤੁਰਿਆ ਹੈ ਵਾਂਗ ਫਕੀਰਾਂ। ਸਾਰੀ ਰਾਤ ਸੱਚੇ ਪਾਤਸ਼ਾਹ, ਅੱਜ ਜਿਹੜੀ ਰਾਤ ਲੰਘ ਗਈ ਹੈ ਪਿਛਲੀ, ਦਿਨ ਦਾ ਚੜ੍ਹਾਅ ਹੋ ਗਿਆ ਮਹਾਰਾਜ ਮਾਛੀਵਾੜੇ 30 ਕਿਲੋਮੀਟਰ ਪੈਂਡਾ ਕਰਕੇ। 72 ਘੰਟੇ ਹੋ ਚੁੱਕੇ ਨੇ, ਸੱਚੇ ਪਾਤਸ਼ਾਹ ਨੇ ਕੰਡ ਨਹੀਂ ਲਾਈ ਧਰਤੀ ਨਾਲ। 72 ਘੰਟੇ। 6 ਪੋਹ ਨੂੰ ਆਨੰਦਪੁਰੀ ਛੱਡੀ, 7 ਤੇ 8 ਤੇ ਪੋਹ ਨੂੰ ਚਮਕੌਰ ਦਾ ਜੰਗ ਹੋਇਆ। ਸਾਰੀ ਰਾਤ ਮਹਾਰਾਜ ਤੁਰਦੇ ਰਹੇ, 9 ਪੋਹ ਚੜ੍ਹ ਗਏ। 72 ਘੰਟੇ। ਜਿਵੇਂ ਕਰਜ਼ਾਈ ਬੰਦਾ ਆਪਣਾ ਸਿਰੋਂ ਕਰਜ਼ਾ ਲਾ ਕੇ ਹੁਣ ਸੁੱਖ ਦੀ ਨੀਂਦਰੇ ਸੌਣਾ ਚਾਹੁੰਦਾ ਹੈ। ਸੋ ਸਾਧ ਸੰਗਤ ਜੀ, ਗੁਲਾਬਾ ਤੇ ਪੰਜਾਬਾ, ਇਹ ਜਿਹੜਾ ਗੁਲਾਬਾ ਸੀ ਮਸੰਦ ਸੀ ਗੁਰੂ ਘਰ ਦਾ, ਇਹਦਾ ਭਰਾ ਸੀ ਪੰਜਾਬਾ। ਇਹਦੇ ਨੇੜੇ ਜੰਡ ਦੇ ਥੱਲੇ ਮਹਾਰਾਜ ਟਿੰਡ ਦਾ ਸਰਾਣਾ ਲਾ ਕੇ ਇੱਥੇ ਆਰਾਮ ਕੀਤਾ। ਇਹ ਤਾਂ ਅਸੀਂ ਵੀ ਸਾਰੇ ਹੋਰ ਵੀ ਕਹਿੰਦੇ ਨੇ ਆਰਾਮ ਕੀਤਾ ਗੁਰੂ ਜੀ ਨੇ। ਕਦੇ ਆਪਣੇ ਮਨ 'ਚ ਵੀ ਸੋਚਿਆ ਚਰਨਾਂ ਵਿੱਚ ਜ਼ਖਮ ਨੇ, ਖੂਨ ਸਿਮ ਰਿਹਾ, ਪਰਿਵਾਰ ਸਾਰਾ ਵਿਛੜ ਚੁੱਕਾ ਹੈ, ਬਰਫ਼ ਵਰਗੀ ਧਰਤੀ ਹੈ ਰੋੜਾਂ ਦੀ, ਉਹਦੇ 'ਤੇ ਫਿਰ ਆਰਾਮ ਕਿਵੇਂ ਕੀਤਾ ਹੋਣਾ ਮਹਾਰਾਜ ਨੇ। ਅਸੀਂ ਵੇਸਲੇ ਹੋ ਚੁੱਕੇ ਹਾਂ ਸਾਧ ਸੰਗਤ ਜੀ, ਸਿੱਖੀ ਦੇ ਸਿਧਾਂਤਾਂ ਤੋਂ ਦੂਰ ਜਾ ਰਹੇ ਹਾਂ। ਇਸ ਕਰਕੇ ਆਪਾਂ ਨੂੰ ਯਾਦ ਕਰਾਇਆ ਜਾਂਦਾ ਕਿ ਸਿੱਖਾ ਭੁੱਲ ਨਾ ਜਾਈਂ ਸੱਚੇ ਪਾਤਸ਼ਾਹ ਦੇ ਕੀਤੇ ਪਰਉਪਕਾਰਾਂ। ਇੱਥੇ ਸੱਚੇ ਪਾਤਸ਼ਾਹ ਨੇ ਆਰਾਮ ਕੀਤਾ ਰੋੜਾਂ ਦੀ ਵਿਛਾਈ ਤੇ। ਛਾਂ ਪੈ ਚੁੱਕੀ ਹੈ, ਸਾਰਾ ਦਿਨ ਇੱਥੇ ਰਹੇ ਮਹਾਰਾਜ। ਇਹ ਭਾਈ ਧਰਮ ਸਿੰਘ, ਪਿਆਰੇ ਭਾਈ ਦਇਆ ਸਿੰਘ, ਭਾਈ ਮਾਨ ਸਿੰਘ ਆਪ ਦੀ ਭਾਲ ਕਰਦੇ ਕਰਦੇ ਇਹਨਾਂ ਦੇ ਕੰਨ 'ਚ ਆਵਾਜ਼ ਆ ਰਹੀ ਹੈ ਬਾਣੀ ਦੀ। ਉੱਠ ਕੇ ਮਹਾਰਾਜ ਨੇ ਜਪਜੀ ਸਾਹਿਬ ਦਾ ਪਾਠ, ਜਾਪ ਸਾਹਿਬ ਸਵਈਏ,
ਚੌਪਈ ਸਾਹਿਬ ਦੀ ਬਾਣੀ ਪੜ੍ਹਦੇ ਪੜ੍ਹਦੇ ਪੰਕਤੀ ਜਦੋਂ ਆਈ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਇਸ ਪੰਕਤੀ ਨੂੰ ਮਹਾਰਾਜ ਬਾਰ ਬਾਰ ਆਪਣੀ ਰਸਨਾ ਤੋਂ ਪੜ੍ਹਦੇ ਨੇ। ਸੁਖੀ ਬਸੈ ਮੋਰੋ ਪਰਿਵਾਰਾ, ਸੁਖੀ ਬਸੈ, ਸੁਖੀ ਬਸੈ ਮੋਰੋ ਪਰਿਵਾਰਾ, ਸੁਖੀ ਬਸੈ, ਸੁਖੀ ਬਸੈ, ਸੁਖੀ ਬਸੈ। ਸੇਵਕ ਸਿੱਖ ਸਭੈ ਕਰਤਾਰਾ, ਸੇਵਕ ਸਿੱਖ ਸਭੈ ਕਰਤਾਰਾ। ਸੁਖੀ ਬਸੈ ਮੋਰੋ ਪਰਿਵਾਰਾ, ਸੁਖੀ ਬਸੈ ਮੋਰੋ ਪਰਿਵਾਰਾ, ਸੁਖੀ ਬਸੈ, ਸਿੰਘਾਂ ਦੇ ਕੰਨ ਵਿੱਚ ਆਵਾਜ਼ ਪਈ। ਨੇਤਰ ਬੰਦ ਨੇ, ਸੱਚੇ ਪਾਤਸ਼ਾਹ ਪਾਠ ਕਰ ਰਹੇ ਨੇ, ਸਾਹਮਣੇ ਖੜੇ। ਸਾਰਾ ਪਾਠ ਕਰ ਲਿਆ ਆਨੰਦ ਸਾਹਿਬ, ਚੌਪਈ ਸਾਹਿਬ ਆਨੰਦ ਸਾਹਿਬ ਦਾ ਪਾਠ ਕਰਕੇ ਨੇਤਰ ਖੋਲ੍ਹੇ। ਪਿਆਰੇ ਭਾਈ ਦਇਆ ਸਿੰਘ ਕਹਿੰਦੇ, ਮਹਾਰਾਜ ਕਿਹੜੇ ਪਰਿਵਾਰ ਦਾ ਹੁਣ ਸੁੱਖ ਮੰਗ ਰਹੇ ਸੀ ਆਪ? ਪਰਿਵਾਰ ਤਾਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਏ। ਪਿਆਰੇ ਭਾਈ ਦਇਆ ਸਿੰਘ ਉਹ ਪੰਥ ਦਾ ਪਰਿਵਾਰ ਸੀ, ਤੇ ਮਹਾਰਾਜ ਤੁਹਾਡਾ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ। ਆਪਣਾ ਪਰਿਵਾਰ ਦੱਸ ਰਹੇ ਨੇ ਸਾਨੂੰ। ਇੱਥੇ ਮਾਰਨੇ ਸ਼ਬਦ ਉਚਾਰਿਆ, ਕੋਈ ਸ਼ਿਕਵਾ, ਕੋਈ ਗਿਲਾ, ਕੋਈ ਉਲਾਮਾ ਨਹੀਂ ਦਿੱਤਾ ਮਹਾਰਾਜ ਨੇ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦੇ ਓਢਣ, ਨਾਗ ਨਵਾਸਾਂ ਦੇ ਰਹਿਣਾ। ਸੂਰ ਸਰਾਹੀ ਖੰਜਰ ਪਿਆਲਾ, ਵਿੰਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ ਸੱਤਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਕਿੰਨੇ ਉੱਚੇ ਖਿਆਲ ਸੱਚੇ ਪਾਤਸ਼ਾਹ। ਇੱਥੋਂ ਗੁਲਾਬਾ ਆਪਣੇ ਘਰ ਲੈ ਗਿਆ। ਗੁਲਾਬੇ ਨੂੰ ਪਤਾ ਲੱਗਿਆ ਫੌਜਾਂ ਮਾਰ ਦੀ ਭਾਲ ਕਰ ਰਹੀਆਂ ਨੇ। ਅੱਧੀ ਰਾਤ ਮਹਾਰਾਜ ਦੇ ਅੱਗੇ ਬਸਤਰ ਤੇ ਮਾਇਆ ਰੱਖ ਦਿੱਤੀ, ਭੇਟਾ। ਗੁਲਾਬਿਆ ਤੈਨੂੰ ਆਖਿਆ ਸੀ ਸਾਨੂੰ ਖੂਹ ਤੇ ਰਹਿਣ ਦੇ, ਉਦੋਂ ਬੇਨਤੀਆਂ ਕਰਕੇ ਘਰ ਲੈ। ਮੌਤ ਨੇ ਤਾਂ ਇੱਕ ਦਿਨ ਆਉਣਾ ਹੀ ਹੈ। ਚੁੱਪ ਖੜਾ, ਹਾਂ ਨਾ, ਜਾਓ ਰਹੋ ਨਾ, ਕੁਛ ਨਹੀਂ, ਚੁੱਪ ਕਰਕੇ ਖੜਾ। ਮਹਾਰਾਜ ਕਹਿੰਦੇ ਜਾ, ਇੱਥੇ ਦੋ ਸਾਡੇ ਪਰਮ ਪਿਆਰੇ ਸੇਵ ਕਰਿੰਦੇ ਨੇ, ਗਨੀ ਖਾਂ ਨਬੀ ਖਾਂ ਮੁਸਲਮਾਨ ਵੀਰ। ਗੁਲਾਬੇ ਨੂੰ ਆਖਿਆ, ਗੁਲਾਬਿਆ ਤੈਨੂੰ ਪਤਾ ਸੀ ਮਾਛੀਵਾੜੇ ਕਿਉਂ ਆਏ ਆ, ਹੋਰ ਪਾਸੇ ਕਿਉਂ ਨਹੀਂ ਗਏ? ਨਹੀਂ ਮਹਾਰਾਜ, ਇੱਥੇ ਭਾਈ ਗੁਰਦਿੱਤੇ ਦੀ ਮਾਂ ਹੈ ਗੁਰਦੇਈ, ਨੇਤਰਹੀਣ ਹੈ। ਉਹਨੇ ਹੱਥੀਂ ਖੱਦਰ ਦਾ ਬਸਤਰ ਬੁਣਿਆ ਹੈ। ਉਹ ਹਰ ਵੇਲੇ ਅਰਦਾਸਾਂ ਕਰਦੀ ਰਹਿੰਦੀ ਹੈ, ਜੇ ਮੇਰੀਆਂ ਅੱਖਾਂ ਹੁੰਦੀਆਂ, ਮੇਰੇ ਦੀਦੇ ਹੁੰਦੇ, ਮੈਂ ਅਨੰਦਪੁਰ ਸਾਹਿਬ ਆ ਕੇ ਬਸਤਰ ਭੇਟਾ ਕਰਦੀ। ਸੱਚੇ ਪਾਤਸ਼ਾਹ ਤੁਸੀਂ ਸਭ ਦੀਆਂ ਸੁਣਦੇ ਹੋ, ਮੇਰੀ ਵੀ ਸੁਣੋ। ਉਹ ਮਾਤਾ ਗੁਰਦੇਈ ਦੇ ਪ੍ਰੇਮ ਨੇ ਸਾਨੂੰ ਮਾਛੀਵਾੜੇ ਦੇ ਜੰਗਲ ਵੱਲ ਖਿੱਚ ਲਿਆ। ਜਾ ਉਹਨਾਂ ਦੇ ਘਰ ਗੁਰਦਿੱਤੇ ਨੂੰ ਕਹੋ, ਅਨੰਦਪੁਰ ਸਾਹਿਬ ਵਾਲਾ ਸਤਿਗੁਰੂ ਸਾਡੇ ਘਰ ਆਇਆ।
ਤੇ ਮਾਤਾ ਗੁਰਦਈ ਆ ਕੇ ਬਸਤਰ ਭੇਟਾ ਕਰੇ। ਦਰਵਾਜ਼ਾ ਖੜਕਾਇਆ, ਗੁਰਦਿੱਤੇ ਨੇ ਦਰਵਾਜ਼ਾ ਖੋਲ੍ਹਿਆ। ਗੁਲਾਬਿਆ ਇਸ ਟਾਈਮ ਆਇਆ? ਆਨੰਦਪੁਰ ਸਾਹਿਬ ਵਾਲੇ ਸਤਿਗੁਰੂ ਮੇਰੇ ਘਰ ਆਏ ਨੇ। ਉਹਨਾਂ ਨੇ ਆਖਿਆ ਮਾਤਾ ਗੁਰਦਈ ਨੇ ਜਿਹੜਾ ਵਸਤਰ ਬੁਣਿਆ, ਜਿਵੇਂ ਛੇਵੇਂ ਪਾਤਸ਼ਾਹ ਗਏ ਸੀ ਨਾ ਕਸ਼ਮੀਰ, ਮਾਤਾ ਭਾਗ ਪਰੀ ਤੋਂ ਖੱਦਰ ਦਾ ਬਸਤਰ, ਗਰਮੀ ਦਾ ਮੌਸਮ ਸੀ। ਅਮੀਰਾਂ ਨੂੰ ਨਵਾਜਣ ਵਾਲੇ ਤਾਂ ਗੁਰੂ ਹੁਣ ਵੀ ਬੜੇ ਨੇ, ਪਰ ਗੁਰੂ ਨਾਨਕ ਦਾ ਘਰ ਗਰੀਬਾਂ ਨੂੰ ਨਵਾਜਣ ਵਾਲਾ ਸਾਧ ਸੰਗਤ। ਗੁਰਦਿੱਤਾ ਕਹਿੰਦਾ ਉਹ ਦੇਖ ਬੈਠੀ, ਅੱਧੀ ਰਾਤ ਹੋ ਗਈ ਹੈ, ਸਰਾਣੇ ਤੇ ਬਸਤਰ ਰੱਖਿਆ ਤੇ ਅਰਦਾਸਾਂ ਕਰੀ ਜਾਂਦੀ। ਐਵੇਂ ਤੇ ਗੁਰੂ ਵੀ ਨਹੀਂ ਨਾ ਆਉਂਦਾ, ਸਿਰ ਦੇ ਤਾਣ ਹੋ ਕੇ ਆਉਂਦਾ। ਮਾਤਾ ਗੁਰਦਈ ਨੇ ਇੱਕ ਹੱਥ ਤੇ ਬਸਤਰ ਧਰ ਲਿਆ, ਇੱਕ ਆਪਣੇ ਪੁੱਤਰ ਦੇ ਮੋਢੇ ਤੇ ਧਰ ਲਿਆ। ਕਾਹਲੀ ਕਾਹਲੀ ਤੁਰੇ, ਪਲੰਗ ਤੇ ਲਿਆ ਕੇ ਬਸਤਰ ਰੱਖਿਆ। ਸੱਚਿਆ ਪਾਤਸ਼ਾਹ ਹੁਣ ਮੇਰੇ ਤਨ ਵਿੱਚ ਸ਼ੰਕਾ ਨਹੀਂ ਰਹਿ ਗਿਆ। ਬਸਤਰ ਰੱਖ ਕੇ ਨਮਸਕਾਰ ਕੀਤੀ। ਕਈ ਵਿਦਵਾਨ ਕਹਿੰਦੇ ਨੇ ਉੱਥੇ ਹੀ ਸਰੀਰ ਦਾ ਪਰਿਤਿਆਗ ਕਰ ਦਿੱਤਾ। ਤੇ ਕਲਗੀਧਰ ਪਾਤਸ਼ਾਹ ਨੇ ਆਖਿਆ 3 ਵਾਰੀ ਨਿਹਾਲ ਨਿਹਾਲ ਮਾਤਾ ਨਿਹਾਲ। ਇੱਕ ਖੱਦਰ ਦਾ ਬਸਤਰ ਲੈ ਕੇ ਨਿਹਾਲ। ਗਣੀ ਖਾਂ ਦੇ ਘਰ ਗਿਆ ਗੁਲਾਬਾ। ਗਣੀ ਖਾਂ ਕਿਤੇ ਬਾਹਰ ਗਿਆ ਸੀ, ਸੌਦਾਗਰ ਸੀ, ਘੋੜੇ ਲਿਆ ਕੇ ਖਰੀਦ ਕੇ ਵਧੀਆ ਨਸਲ ਦੇ ਮਾਲ ਨੂੰ ਦਿਆ ਕਰਦੇ ਸੀ। ਸੌਦਾਗਰ ਸੀ ਤੇ ਗੁਰੂ ਘਰ ਦੇ ਸੇਵਕ ਸੀ। ਗਨੀ ਖਾਂ ਬਾਹਰੋਂ ਆਇਆ, ਨਬੀ ਖਾਂ ਨੂੰ ਕਹਿੰਦਾ ਆਨੰਦਪੁਰ ਸਾਹਿਬ ਵਾਲੇ ਸਤਿਗੁਰੂ ਗੜੀ ਚਮਕੌਰ ਛੱਡ ਕੇ ਤੁਰ ਗਏ ਨੇ। ਇਹ ਨਹੀਂ ਪਤਾ ਲੱਗਿਆ ਗਏ ਕਿੱਥੇ। ਜੇ ਪਤਾ ਲੱਗ ਜਾਏ ਤੇ ਲਿਆ ਕੇ ਸੇਵਾ ਕਰਕੇ ਜਨਮ ਸਫਲਾ ਕਰ ਲਈ। ਦੋਵੇਂ ਭਰਾ ਦਰਵਾਜ਼ੇ ਕੋਲ ਖੜ ਕੇ ਗੱਲਾਂ ਕਰ ਰਹੇ ਨੇ ਤੇ ਗੁਲਾਬੇ ਨੇ ਆ ਕੇ ਦਰਵਾਜ਼ਾ ਖੜਕਾਇਆ। ਗਣੀ ਖਾਂ ਕੋਲ ਹੀ ਖੜਾ ਸੀ, ਦਰਵਾਜ਼ਾ ਖੋਲ੍ਹਿਆ। ਗੁਲਾਬਾ ਪੁੱਛਦਾ ਸੁੱਤੇ ਹੀ ਨਹੀਂ ਤੁਸੀਂ ਗਣੀ ਖਾਂ? ਗਣੀ ਖਾਂ ਕਹਿੰਦਾ ਨੀਂਦ ਹੀ ਨਹੀਂ ਆਉਂਦੀ ਗੁਲਾਬਿਆ। ਕਿਉਂ? ਪਤਾ ਲੱਗਿਆ ਆਨੰਦਪੁਰ ਸਾਹਿਬ ਵਾਲੇ ਸਤਿਗੁਰੂ ਗੜੀ ਚਮਕੌਰ ਛੱਡ ਕੇ ਚਲੇ ਗਏ ਨੇ। ਅੱਗੇ ਨਹੀਂ ਪਤਾ ਲੱਗਿਆ ਕਿੱਧਰ ਗਏ। ਜੇ ਪਤਾ ਲੱਗ ਜਾ ਲਿਆ ਕੇ ਸੇਵਾ ਕਰਕੇ ਜਨਮ ਸਫਲਾ ਕਰ ਲਈ। ਗੁਲਾਬਾ ਕਹਿੰਦਾ ਮੇਰੇ ਘਰ ਆਏ ਹੋਏ ਨੇ। ਇੰਨੀ ਗੱਲ ਸੁਣੀ ਜਦੋਂ ਦੋਵਾਂ ਭਰਾਵਾਂ ਨੇ ਜੋੜੇ ਚਰਨ ਪੈਰਾਂ 'ਚ ਨਿਕਲ ਗਏ, ਦੌੜੇ ਆ ਕੇ ਚਰਨਾਂ 'ਤੇ ਢਹਿ ਪਏ। ਸੱਚੇ ਪਾਤਸ਼ਾਹ ਤੁਹਾਡਾ ਘਰ, ਕਿਰਪਾ ਕਰੋ। ਲਿਆ ਕੇ ਬੜੀ ਸੇਵਾ ਕੀਤੀ। ਇਹ ਫਿਰ ਮਹਾਰਾਜ ਨੂੰ ਆਲਮਗੀਰ ਤੱਕ ਲੈ ਕੇ ਗਏ ਨੇ। ਜਦੋਂ ਇਹਨਾਂ ਦਾ ਸਰੀਰ ਬਿਰਧ ਹੋਇਆ, ਸਮਝਿਆ ਕਿ ਹੁਣ ਸਾਡਾ ਅੰਤ ਸਮਾਂ ਨੇੜੇ। ਆਪਣੇ ਰਿਸ਼ਤੇਦਾਰ ਇਕੱਠੇ ਕੀਤੇ, ਉਹਨਾਂ ਨੂੰ ਕਹਿਣ ਲੱਗੇ ਜਦੋਂ ਸਾਡਾ ਸਰੀਰ ਦਾ ਅੰਤ ਹੋਏਗਾ, ਸਾਡੀਆਂ ਕਬਰਾਂ ਬਣਾਓਗੇ। ਇਸ ਘਰ ਦੇ ਵਿੱਚ ਇੱਕ ਪਾਸੇ ਗਨੀ ਖਾਂ ਦੀ ਬਣਾਉਣੀ ਹੈ ਤੇ ਇੱਕ ਪਾਸੇ ਨਬੀ ਖਾਂ ਦੀ। ਸਾਡੀ ਘਰ 'ਚ ਕਬਰ ਬਣਾਉਣੀ। ਮੁਸਲਮਾਨ ਕਦੇ ਘਰ 'ਚ ਕਬਰ ਨਹੀਂ ਬਣਾਉਂਦਾ। ਪੁੱਛਿਆ ਕਿਉਂ? ਗਨੀ ਖਾਂ ਕਹਿੰਦਾ ਇਸ ਘਰ ਵਿੱਚ ਕਲਗੀਧਰ ਪਾਤਸ਼ਾਹ ਨੇ ਰਾਤ ਕੱਟੀ। ਜਿੰਨਾ ਚਿਰ ਸੰਸਾਰ ਰਹੇਗਾ, ਖਾਲਸਾ ਇਸ ਘਰ ਨੂੰ ਪੂਜਦਾ ਰਹੇਗਾ। ਅਸੀਂ ਮਰ ਕੇ ਵੀ ਇਸ ਘਰ ਤੋਂ ਦੂਰ ਨਾ ਹੋ ਜਾਈਏ। ਮਾਛੀਵਾੜੇ ਜਦੋਂ ਜਾਓਗੇ ਨਾ ਗਨੀ ਖਾਨ ਇੱਧਰਲੇ ਪਾਸੇ, ਗਨੀ ਖਾਂ ਦੀ ਉੱਧਰਲੇ ਪਾਸੇ, ਅਸੀਂ ਜਿਉਂਦੇ ਕਲਗੀਧਰ ਪਾਤਸ਼ਾਹ ਨੂੰ ਭੁੱਲੇ ਫਿਰਦੇ। ਅੰਮ੍ਰਿਤ ਛਕ ਲਓ ਜੀ। ਛਕ ਲਾਂਗੇ ਜੀ, ਅੰਮ੍ਰਿਤ ਨੂੰ ਕਿਹੜਾ ਕਾਹਲੀ ਪਈ ਹੈ। ਮਨ ਹੀ ਨਹੀਂ ਅਜੇ ਮੰਨਦਾ ਪਿਆ। ਅਸੀਂ ਗਨੀ ਖਾਂ ਦੀਆਂ ਰੀਸਾਂ ਕਰਾਂਗੇ ਜਾਂ ਨਬੀ ਖਾਂ ਦੀਆਂ? ਸੁਣਾਉਣ ਵਾਲੇ ਸੁਣਾਈ ਜਾਂਦੇ ਨੇ, ਸੁਣਨ ਵਾਲੇ ਸੁਣੀ ਜਾਂਦੇ ਨੇ। ਹਾਲ ਹੀਲਾ ਉਹੀ ਬਹੇ ਪਾਣੀ 'ਚ ਬਹੀ ਜਾਂਦੇ ਮੁੜ। ਇੱਧਰ ਮਾਛੀਵਾੜੇ ਇੱਥੇ ਸਰਸਾ ਦੇ ਕਿਨਾਰੇ ਮਾਤਾ ਜੀ ਵਿਛੜ ਗਏ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ।
ਸਰਸਾ ਦੇ ਕਿਨਾਰੇ ਕਿਨਾਰੇ ਤੁਰੇ ਜਾ ਰਹੇ ਨੇ। ਦੋਵੇਂ ਭਰਾ ਆਪਸ ਵਿੱਚ ਗੱਲਾਂ ਕਰਦੇ ਨੇ। ਅੱਗੇ ਜੁਝਾਰ ਸਿੰਘ ਵੱਡਾ ਵੀਰਾ ਜੰਗ ਨੂੰ ਜਾਂਦੇ ਸੀ, ਮੈਨੂੰ ਦੱਸ ਕੇ ਜਾਂਦੇ ਸੀ ਬਾਬਾ ਫਤਿਹ ਸਿੰਘ ਜੀ ਕਹਿੰਦੇ, ਐਤਕੀ ਦੱਸ ਕੇ ਨਹੀਂ ਗਏ। ਜਦੋਂ ਜੰਗ ਜਿੱਤ ਕੇ ਆਉਂਦੇ ਸੀ ਪਹਿਲਾਂ ਮੈਨੂੰ ਚੁੱਕਦੇ ਸੀ, ਮੈਂ ਰੁੱਸ ਜਾਣਾ, ਹੁਣ ਮੈਂ ਬੋਲਣਾ ਨਹੀਂ ਵੱਡੇ ਵੀਰ ਨਾਲ, ਉਹਨੂੰ ਗੱਲ ਲੱਗ ਕੇ ਮਿਲਣਾ ਨਹੀਂ। ਦੋਵੇਂ ਗੱਲਾਂ ਕਰ ਰਹੇ ਨੇ। ਮਾਤਾ ਜੀ ਸੁਣਦੇ ਨੇ ਅਤੇ ਮਨ 'ਚ ਕਹਿੰਦੇ ਨੇ, ਲਾਲ ਤੁਸੀਂ ਤਾਂ ਮਿਲਣਾ ਹੀ ਸੱਚਖੰਡ ਜਾ ਕੇ, ਇੱਥੇ ਹੁਣ ਤੁਹਾਡੇ ਮਿਲਾਪ ਹੋਣਾ ਹੀ ਨਹੀਂ। ਹਨੇਰਾ ਪੈਣ ਵਾਲਾ ਹੈ, ਅਸੀਂ ਤਾਂ ਹੁਣ ਜਾ ਜਾ ਕੇ ਦੋ ਦੋ ਜੁੱਲੇ ਜੋੜ ਕੇ ਪੈਣਾ ਹੈ। ਇੱਕ ਬਿਰਧ ਮਾਂ, ਇੱਕ ਮਾਸੂਮ ਲਾਲ, ਠੱਕਾ ਚੱਲਦਾ ਹੈ, ਕਣੀਆਂ, ਪੋਹ ਦਾ ਮਹੀਨਾ, ਦਰਿਆ ਤੋਂ ਹੋਰ ਪਾਣੀ ਠੰਡਾ, ਹਵਾ, ਦੀਵਾ ਟਮਕ ਰਿਹਾ। ਕੋਈ ਕੁੱਲੀ ਹੈ, ਕੋਈ ਛੱਪਰੀ ਹੈ, ਕੁੰਮੇ ਮਾਸ਼ਕੀ ਦੀ। ਜਿਹੜਾ ਇੱਥੇ ਦਰਿਆ 'ਤੇ ਬੇੜੀ ਚਲਾਉਂਦਾ ਸੀ, ਹੈ ਰੱਬ ਦਾ ਨਾਂ ਵਾਲਾ ਸੀ ਇਹ। ਇਸ ਛੱਪਰੀ ਕੁੱਲੀ 'ਚ ਗਏ ਮਾਤਾ ਕੁੰਮੇ ਮਾਸ਼ਕੀ ਨੇ ਵੇਖਿਆ, ਉੱਠ ਕੇ ਖੜਾ ਹੋ ਗਿਆ। ਧੰਨ ਭਾਗ ਮਹਿਲਾਂ 'ਚ ਰਹਿਣ ਵਾਲੀ ਮਾਂ, ਜਿਹਦੇ ਅਰਦਲੇ ਵਿੱਚ ਸਿੰਘ ਸ਼ਾਸਤਰ ਲੈ ਕੇ ਖੜੇ ਹੁੰਦੇ ਸੀ, ਚਿੜੀ ਨਹੀਂ ਸੀ ਫੜਕਦੀ ਆਸੇ ਪਾਸੇ। ਛੋਟੇ ਲਾਲ ਤੇ ਮਾਤਾ ਜੀ ਆਪਣੀ ਛੱਪਰੀ 'ਚ ਬਿਠਾਇਆ ਕੁੱਲੀ 'ਚ। ਨੇੜੇ ਇੱਕ ਲక్ష్ਮੀ ਬੀਬੀ ਸੀ, ਹੈ ਤਾਂ ਹਿੰਦੂ ਪਰਿਵਾਰ ਵਿੱਚੋਂ ਸੀ ਪਰ ਧਰਮੀ ਸੀ। ਇਹਨੂੰ ਜਾ ਕੇ ਦੱਸਿਆ, ਇਹ ਬਸਤਰ ਲੈ ਕੇ ਆਈ, ਬਿਸਤਰ ਲੈ ਕੇ ਆਈ। ਮਾਤਾ ਜੀ ਦਾ ਸਾਹਿਬਜ਼ਾਦਿਆਂ ਦਾ ਆਸਣ ਵਿਛਾਇਆ, ਪ੍ਰਸ਼ਾਦ ਤਿਆਰ ਕਰਕੇ ਲਿਆਈ। ਮਾਤਾ ਨੇ, ਸਾਹਿਬਜ਼ਾਦਿਆਂ ਨੇ ਛਕਿਆ। ਹੁਣ ਮਾਤਾ ਤੇ ਸਾਹਿਬਜ਼ਾਦੇ ਉਸ ਕੁੰਮੇ ਮਾਸ਼ਕੀ ਦੀ ਕੁੱਲੀ 'ਚ ਆਰਾਮ ਕਰ ਰਹੇ ਨੇ। ਸਾਧ ਸੰਗਤ ਜੀ, ਜਦੋਂ ਸਮਾਂ ਕਰਵਟ ਲੈਂਦਾ ਹੈ, ਸਮਾਂ ਜਦੋਂ ਬਦਲਦਾ ਹੈ, ਸ਼ਾਹੀ ਮਹਿਲਾਂ 'ਚ ਰਹਿਣ ਵਾਲਿਆਂ ਨੂੰ ਵੀ ਕਦੇ ਕੁੱਲੀਆਂ 'ਚ ਟਾਈਮ ਕੱਟਣਾ ਪਿਆ। ਕੋਈ ਮਾਣ ਨਹੀਂ ਕਿਸੇ ਗੱਲ ਦਾ, ਕੋਈ ਆਖੇ ਮੈਂ ਕਿਸੇ ਗੱਲ ਦਾ ਮਾਣ ਕਰਾਂ। ਬੜੇ ਰਾਜੇ ਕੰਗਾਲ ਹੁੰਦੇ ਦੇਖੇ ਨੇ, ਕੰਗਾਲ ਬੜੇ ਰਾਜੇ ਬਣਦੇ ਦੇਖੇ। ਸਾਧ ਸੰਗਤ ਜੀ, ਠੱਕਾ ਚੱਲਦਾ ਸੀ, ਹਵਾ, ਕਣੀਆਂ, ਮਾਤਾ ਤੇ ਸਾਹਿਬਜ਼ਾਦੇ ਆਰਾਮ ਕਰ ਰਹੇ ਨੇ। ਕੁੰਮਾ ਮਾਸ਼ਕੀ ਸਾਹਮਣੇ ਦਰਖਤ ਦੀ ਜੜ੍ਹ ਨਾਲ ਬੈਠਾ ਤੇ ਛੱਪਰੀ ਵੱਲ ਮੂੰਹ ਕੀਤਾ ਹੋਇਆ ਉਹਨੇ। ਸਾਰੀ ਰਾਤ ਕੁੰਮੇ ਮਾਸ਼ਕੀ ਤੇ ਲੰਘੀ ਤੇ ਜ਼ਾਰ ਜ਼ਾਰ ਰੋਂਦਾ ਰਿਹਾ ਕਿ ਸੱਚੇ ਪਾਤਸ਼ਾਹ, ਅੱਜ ਮੈਂ ਕੁਛ ਸੇਵਾ ਨਾ ਕਰ ਸਕਿਆ ਮਾਤਾ ਤੇ ਸਾਹਿਬਜ਼ਾਦਿਆਂ ਦੀ। ਇਸ ਕੁੱਲੀ 'ਚ ਆ ਕੇ ਮਾਤਾ ਤੇ ਸਾਹਿਬਜ਼ਾਦੇ ਆਰਾਮ। ਦਿਨ ਚੜ੍ਹਿਆ, ਬੀਬੀ ਲక్ష్ਮੀ ਆ ਕੇ ਕਹਿੰਦੀ, ਕੁੰਮਿਆ ਜਾ ਪਿੰਡਾਂ 'ਚ ਨੇੜੇ ਪਤਾ ਕਰਕੇ ਆ, ਕਿਤੇ ਫੌਜ ਪੁਲਿਸ ਤਾਂ ਨਹੀਂ ਫਿਰਦੀ। ਕੁੰਮਾ ਤੁਰਿਆ ਜਾਂਦਾ, ਅੱਗੋਂ ਗੰਗੂ ਮਿਲ ਪਿਆ। ਕੁੰਮਿਆ ਕਿੱਧਰ ਚੱਲਿਆ? ਮੈਂ ਇੱਧਰ ਕੰਮ ਚੱਲਿਆ। ਦੱਸ ਕੀ ਕੰਮ ਹੈ? ਜਦੋਂ ਬਾਰ-ਬਾਰ ਪੁੱਛਣ ਲੱਗ ਗਿਆ, ਕਹਿੰਦਾ ਮਾਤਾ ਤੇ ਸਾਹਿਬਜ਼ਾਦੇ ਮੇਰੀ ਕੁੱਲੀ 'ਚ ਆਏ ਨੇ ਰਾਤ ਦੇ। ਮੈਂ ਇਹਨਾਂ ਪਿੰਡਾਂ 'ਚ ਫੌਜ ਜਾਂ ਪੁਲਿਸ ਤਾਂ ਨਹੀਂ ਕਿਤੇ ਨੇੜੇ। ਗੰਗੂ ਕਹਿੰਦਾ ਮੈਂ ਵੀ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਭਾਲ ਰਿਹਾ ਸੀ। ਆ ਕੇ ਬੇਨਤੀਆਂ ਕੀਤੀਆਂ, ਮਾਤਾ ਤੁਹਾਡਾ ਘਰ ਹੈ ਨੇੜੇ ਖੇੜੀ, ਜਿਹਨੂੰ ਖਾਲਸਾ ਸਹੇੜੀ ਕਹਿੰਦਾ ਹੈ, ਚਲੋ ਨਾਲ। ਬੇਨਤੀਆਂ ਕਰਕੇ ਘਰ ਲੈ ਗਿਆ। ਇਹਦੀ ਮਾਂ ਰੱਬ ਦਾ ਨਾਂ ਲੈਣ ਵਾਲੀ ਸੀ। ਕੌਣ ਨੇ ਗੰਗੂ? ਇਹ ਰਾਜ ਮਾਤਾ, ਮਾਤਾ ਗੁਜਰ ਕੌਰ। ਇਹ ਛੋਟੇ ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ ਦੇ। ਧੰਨ ਭਾਗ। ਗਰਮ ਪਾਣੀ ਕਰਕੇ ਉਹਨਾਂ ਦੇ ਚਰਨ ਧੁਆਏ, 5 ਇਸ਼ਨਾਨਾ ਕਰਵਾਇਆ।
ਦੁੱਧ ਛਕਾਇਆ, ਪ੍ਰਸ਼ਾਦ ਤਿਆਰ ਕਰਨ ਲੱਗ ਪਈ। ਸਾਧ ਸੰਗਤ ਜੀ, ਜਿਹੜਾ ਮਨ ਹੈ, ਗੁਰੂ ਮਹਾਰਾਜ ਕਹਿੰਦੇ ਨੇ, ਮਨ ਖੁੱਟ ਹਰ ਤੇਰਾ ਨਹੀਂ ਬਸਾਸ, ਤੂੰ ਮਹਾ ਉਦਮਾਦਾ, ਖਰ ਕਾ ਪੈ ਖਰਤਾਓ ਛੁੱਟੈ ਜੋ ਉੱਪਰ ਲਾਦਾ। ਕਦੇ ਧਰਮੀ ਬਣ ਜਾਂਦਾ ਹੈ, ਕਦੇ ਪਾਪੀ ਬਣ ਜਾਂਦਾ ਹੈ, ਕਦੇ ਉੱਚਾ ਹੋ ਜਾਂਦਾ ਹੈ, ਬੜਾ ਤਿਆਗੀ ਹੋ ਜਾਂਦਾ ਹੈ, ਕਦੇ ਖੱਚਤ ਹੋ ਜਾਂਦਾ ਹੈ ਦੁਨੀਆ 'ਚ, ਕਦੀ ਮੈਲਾ ਹੋ ਜਾਂਦਾ ਹੈ, ਕਦੇ ਬੜੇ ਪਵਿੱਤਰ ਗੱਲਾਂ ਕਰਨ ਲੱਗ ਪੈਂਦਾ ਹੈ। ਮਨ ਦਾ ਕੋਈ ਭਰੋਸਾ ਨਹੀਂ। ਲੋਭ ਤਾਂ ਆਪਣੇ ਸਾਰਿਆਂ ਦੇ ਅੰਦਰ ਹੀ ਹੈ, ਕਿਉਂਕਿ ਪੰਜ ਤੱਤਾਂ ਦਾ ਸਰੀਰ ਹੈ। ਇਹ ਪੰਜ ਤੱਤ ਸਰੀਰ 'ਚ ਰਹਿਣਗੇ ਤਾਂ ਸਰੀਰ ਰਹੇਗਾ, ਪਰ ਜਦੋਂ ਉਹਨਾਂ 'ਚ ਕੁਛ ਵਿਗਾੜ ਜਿਹਾ ਆਉਂਦਾ, ਉਦੋਂ ਰੋਗ ਬਣ ਜਾਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਡੇ ਸਰੀਰ ਦੇ ਵਿੱਚ ਪੰਜੇ ਹੀ ਰਹਿਣਗੇ। ਇਹ ਵੀ ਲੋਭ ਹੈ। ਤੁਸੀਂ ਠੰਡ ਦੇ ਵਿੱਚ ਘਰੋਂ ਚੱਲ ਕੇ ਆਏ ਹੋ ਦੂਰੋਂ ਦੂਰੋਂ, ਚਲੋ ਸੌਂ ਕੇ ਰਾਤ ਕੱਟ ਹੀ ਲੈਣੀ ਹੈ, 2 ਘੜੀਆਂ ਗੁਰੂ ਕਾ ਜਸ ਸੁਣਾਂਗੇ, ਇਹ ਵੀ ਲੋਭ ਹੀ ਹੈ। ਜ਼ਿਆਦਾ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਵੀ ਲੋਭ ਹੈ। ਸੋ ਪ੍ਰਬੰਧਕਾਂ ਨੂੰ ਬੇਨਤੀ ਹੈ, ਮਹਾਂਪੁਰਸ਼ਾਂ ਦਾ ਸਨਮਾਨ ਕਰੋ। ਬਾਬਾ ਜੀ, ਬੇਨਤੀ ਹੈ 2 ਮਿੰਟ। ਕਿਉਂਕਿ ਇਸ ਇਲਾਕੇ ਵਿੱਚ ਮਹਾਂਪੁਰਸ਼ਾਂ ਦੀ ਬੜੀ, ਸਾਰੇ ਇਲਾਕੇ 'ਚ ਨਹੀਂ, ਸਾਰੇ ਦੇਸ਼ ਵਿੱਚ ਹੀ ਬਹੁਤ ਵੱਡੀ ਸੇਵਾ ਹੈ, ਬੜਾ ਵੱਡਾ ਪਰਉਪਕਾਰ ਹੈ। ਸੋ ਐਸੇ ਸਤਿਪੁਰਸ਼ਾਂ ਦਾ ਸਨਮਾਨ, ਜਿਨ੍ਹਾਂ ਨੇ ਸਾਰਾ ਜੀਵਨ ਗੁਰੂ ਨੂੰ ਸਮਰਪਿਤ ਕੀਤਾ ਹੈ ਅਤੇ ਸੰਗਤ ਵਾਸਤੇ, ਗੁਰੂ ਘਰ ਵਾਸਤੇ ਹਰ ਇੱਕ ਯਤਨ ਕਰਦੇ ਰਹਿੰਦੇ ਨੇ। ਐਸੇ ਗੁਰਮੁਖਾਂ ਦਾ ਰੱਬ ਦੇ ਘਰ ਵਿੱਚ ਵੀ ਅਤੇ ਗੁਰੂ ਦੇ ਘਰ ਵਿੱਚ ਵੀ ਸਦਾ ਹੀ ਸਤਿਕਾਰ ਹੈ। ਅਤੇ ਇਹੋ ਜਿਹੇ ਜਿਹੜੇ ਪਰਉਪਕਾਰੀ ਗੁਰਮੁਖ ਨੇ, ਗੁਰੂ ਘਰ ਦੀ ਸੇਵਾ ਅਤੇ ਸਭ ਕੁਛ, ਅਤੇ ਮਹਾਰਾਜ ਦਾ ਹੁਕਮ ਹੈ, ਦਾਨ ਦਿਓ ਇੰਨੀ ਹੀ ਕੋ ਭਲੋ, ਔਰ ਕੋ ਦਾਨ ਨਾ ਲਾਗਤ ਨੀਕੋ। ਇਹਨਾਂ ਦਾ ਦਿੱਤਾ ਹੀ ਸਫਲ ਹੈ। ਮਹਾਂਪੁਰਸ਼ਾਂ ਦਾ ਸਨਮਾਨ ਹੋ ਰਿਹਾ ਹੈ। ਸਿਮਰਨ ਕਰਨਾ ਵੀ ਲੋਭ ਹੈ, ਵੱਧ ਬਾਣੀ ਪੜ੍ਹਨੀ ਵੀ ਲੋਭ ਹੈ, ਪਰ ਸੁਖਦਾਈ ਹੈ। ਬਾਣੀ ਵਿੱਚ ਲੋਭ ਨੂੰ ਕੁੱਤਾ ਆਖਿਆ ਮਹਾਰਾਜ ਨੇ। ਲੱਭ ਕੁੱਤਾ, ਕੂੜ ਚੂੜਾ ਠੱਗ ਖਾਧਾ ਮੁਰਦਾਰ। ਜੇ ਕੁੱਤਾ ਠੀਕ ਠਾਕ ਹੈ ਤਾਂ ਘਰ ਦੀ ਰਾਖੀ ਕਰਦਾ, ਮਾਲਕ ਨੂੰ ਸੁੱਖ ਵੀ ਦਿੰਦਾ ਹੈ। ਪਰ ਸਾਧ ਸੰਗਤ ਜੀ, ਉਹੀ ਕੁੱਤਾ ਜੇ ਕਿਤੇ ਹਲਕ ਜਾਏ, ਫਿਰ ਉਹ ਘਰ ਦੇ ਮੈਂਬਰਾਂ ਨੂੰ ਵੱਢ ਜਾਂਦਾ ਹੈ, ਆਂਢੀਆਂ ਗੁਆਂਢੀਆਂ ਨੂੰ ਵੀ ਕੱਟ ਜਾਂਦਾ ਹੈ। ਹੋਰ ਤਾਂ ਛੱਡੋ, ਫਿਰ ਉਹ ਗੁਰੂ ਨੂੰ ਵੀ ਨਹੀਂ ਬਖਸ਼ਦਾ। ਸਾਧ ਸੰਗਤ ਜੀ, ਗੰਗੂ ਦੇ ਅੰਦਰ ਸੀ ਜਿਹੜਾ ਲੋਭ ਸੀ, ਉਹ ਹਲਕ ਗਿਆ। ਆਪਣੀ ਮਾਂ ਨੂੰ ਕਹਿੰਦਾ, ਇਹਨਾਂ ਕੋਲ ਕੁਛ ਜੇਵਰ ਨੇ, ਕੁਛ ਮਾਇਆ, ਇਹ ਸਰਕਾਰ ਦੇ ਬਾਗੀ ਨੇ, ਜੇ ਤੂੰ ਖਾਣੇ 'ਚ ਜ਼ਹਿਰ ਮਿਲਾ ਦੇਵੇਂ, ਖਾ ਕੇ ਮਰ ਜਾਣਗੇ। ਦਿਨ ਚੜ੍ਹਦੇ ਨੂੰ ਇਹਨਾਂ ਦੇ ਸਰੀਰ ਮੈਂ ਬਿਲੇ ਲਾ ਦਿਆਂਗਾ, ਆਪਾਂ ਅਮੀਰ ਬਣ ਜਾਂਗੇ, ਧਨਾੜ ਬਣ ਜਾਂਗੇ। ਗੰਗੂ ਦੀ ਮਾਂ ਕਹਿੰਦੀ, ਵੇ ਪਾਪੀਆ, ਘਰ ਤਾਂ ਕਿਸ ਦੇ ਦੁਸ਼ਮਣ ਚੱਲ ਕੇ ਆ ਜਾਵੇ, ਲੋਕ ਉਹਦਾ ਵੀ ਬੁਰਾ ਨਹੀਂ ਤੱਕਦੇ। ਜਿਹੜੇ ਘਰ ਦਾ ਤੂੰ 21 ਸਾਲ ਜਾ ਕੇ ਨਿਮਕ ਖਾਂਦਾ ਰਿਹਾ,
ਤੇ ਨਿਮਕ ਹਰਾਮੀ ਨਾ ਬਣੀ, ਪਾਪ ਨਾ ਕਰੀ। ਜਿੰਨਾ ਚਿਰ ਦੁਨੀਆ ਰਹੇਗੀ ਤੈਨੂੰ ਲਾਹਣਤਾਂ ਪੈਂਦੀਆਂ ਰਹਿਣਗੀਆਂ, ਫਟਕਾਰਾਂ ਪੈਂਦੀਆਂ ਰਹਿਣਗੀਆਂ। ਪਰ ਸਾਧ ਸੰਗਤ ਜੀ, ਪਾਪ ਬੁਰਾ ਪਾਪੀ ਕੋ ਪਿਆਰਾ, ਹੈ ਤਾਂ ਬੁਰਾ। ਸਭ ਨੂੰ ਪਤਾ ਕਿ ਚੋਰੀ ਕਰਨੀ ਬੁਰੀ ਹੁੰਦੀ, ਜੂਏਬਾਜ਼ ਹੋਣਾ ਬੁਰਾ ਹੁੰਦਾ ਹੈ। ਪਰ ਜਿੱਦਣ ਉਹਨੂੰ ਬੁਰਾ ਲੱਗਣ ਲੱਗ ਗਿਆ ਫਿਰ ਤਾਂ ਉਹਨੂੰ ਕਰਨ ਵਾਲੇ ਦੇ ਕੋਲ ਵੀ ਨਹੀਂ ਬੈਠਣਾ। ਪਰ ਬੁੱਧ ਉਹਨੂੰ ਚੰਗਾ ਸਮਝ ਰਹੀ ਹੈ, ਇਸ ਕਰਕੇ ਬੁਰਾ ਕਰਮੀ ਉਹਨੂੰ ਚੰਗਾ ਲੱਗਦਾ। ਬਾਣੀ 'ਚ ਵੀ ਮਹਾਰਾਜ ਦਾ ਬਚਨ ਆਉਂਦਾ ਹੈ, ਪਾਪੀ ਕੋ ਪਿਆਰਾ ਪਾਪ ਬੁਰਾ, ਪਾਪੀ ਕੋ ਪਿਆਰਾ ਪਾਪ ਬੁਰਾ। पापी को प्यारा पाप बुरा, पापी को प्यारा पाप बुरा। पापी को ਪਾਪ ਬੁਰਾ ਪਾਪੀ ਕੋ ਪਿਆਰਾ। ਸੋ ਸਾਧ ਸੰਗਤ ਜੀ, ਮਾਤਾ ਤੇ ਸਾਹਿਬਜ਼ਾਦੇ ਇੱਕ ਮੰਜੇ ਤੇ ਆਰਾਮ ਕਰ ਰਹੇ ਨੇ। ਗੰਗੂ ਨੇ ਮਾਇਆ ਚੁਰਾ ਲਈ। ਦਿਨ ਚੜ੍ਹਿਆ, ਮਹਾਰਾਜ ਮਾਤਾ ਜੀ ਕਹਿੰਦੇ ਵੀ ਗੰਗੂ ਮਾਇਆ ਸਾਂਭ ਲਈ ਤੈਂ, ਚੋਰ ਨਹੀਂ ਆਖਿਆ ਉਹਨੂੰ। ਚੰਗਾ, ਜਦੋਂ ਲੋੜ ਹੋਏਗੀ ਫਿਰ ਵਰਤੀ ਜਾਏਗੀ, ਸਾਂਭ ਲਈ ਤੇ ਮਾਇਆ। ਕਹਿੰਦਾ ਮੈਂ ਤੁਹਾਨੂੰ ਘਰ 'ਚ ਪਨਾਹ ਦਿੱਤੀ ਹੈ ਕਿ ਤੁਸੀਂ ਮੇਰੇ 'ਤੇ ਇਲਜ਼ਾਮ ਲਾ ਕੇ ਮੈਨੂੰ ਚੋਰ ਕਹਿੰਦੇ ਹੋ। ਮੈਂ ਹੁਣੀ ਮਰਿੰਡੇ ਜਾ ਕੇ ਸ਼ਿਕਾਇਤ ਕਰਦਾ ਤੁਹਾਡੀ। ਬਹੁਤ ਸਮਝਾਇਆ ਪਰ ਇਹਨੇ ਜਾ ਕੇ ਜਾਨੀ ਖਾਂ ਮਾਨੀ ਖਾਂ ਦੋ ਕੋਤਵਾਲ ਪੁਲਿਸ ਲੈ ਆਇਆ। ਮਾਤਾ ਤੇ ਸਾਹਿਬਜ਼ਾਦਿਆਂ ਨੂੰ ਗੰਗੂ ਨੇ ਆਪਣੇ ਘਰੋਂ ਗ੍ਰਿਫਤਾਰ ਕਰਾਇਆ। ਇੱਕ ਰਾਤ ਮਾਤਾ ਜੀ ਮਰਿੰਡੇ ਕਤਵਾਲੀ 'ਚ ਉਸ ਕਮਰੇ ਜਿੱਥੇ ਲਾਈਟ ਨਹੀਂ, ਕੋਈ ਘੁੱਪ ਹਨੇਰਾ, ਕੋਈ ਬਿਸਤਰਾ ਨਹੀਂ, ਮਾਤਾ ਤੇ ਸਾਹਿਬਜ਼ਾਦਿਆਂ ਨੇ ਉੱਥੇ ਕੱਟੀ। ਭਾਵੇਂ ਗੰਗੂ ਦੇ ਘਰ ਵੀ ਹੁਣ ਨਿਸ਼ਾਨ ਸਾਹਿਬ ਲੱਗਿਆ ਹੈ, ਸਹੇੜੀ ਜਿੱਥੇ ਮਾਤਾ ਤੇ ਸਾਹਿਬਜ਼ਾਦਿਆਂ ਨੇ ਰਾਤ ਕੱਟੀ ਸੀ। ਕੁੰਮੇ ਮਾਸ਼ਕੀ ਦੇ ਘਰ ਅਟਕ ਸਾਹਿਬ, ਉੱਥੇ ਵੀ ਨਿਸ਼ਾਨ ਸਾਹਿਬ ਝੂਲਦਾ ਹੈ, ਬਾਣੀ ਦੀਆਂ ਗੂੰਜਾਂ ਪੈਂਦੀਆਂ। ਮਰਿੰਡੇ ਉਸ ਕਤਵਾਲੀ ਦੇ ਵਿੱਚ ਵੀ ਬਹੁਤ ਵੱਡਾ ਸਥਾਨ ਬਣਿਆ ਹੋਇਆ। ਇੱਥੋਂ ਫਿਰ ਬੜੇ ਸਖਤ ਪਹਿਰੇ ਹੇਠ ਮਾਤਾ ਤੇ ਸਾਹਿਬਜ਼ਾਦੇ ਨੂੰ ਸਰਹੰਦ ਲਿਆਂਦਾ ਗਿਆ। 10 ਪੋਹ ਦੀ ਰਾਤ ਸੀ, ਸ਼ਾਮ ਵੇਲੇ ਠੰਡਾ ਬੁਰਜ, ਜਿਹੜੇ ਬੁਰਜ ਵਿੱਚ ਵਜ਼ੀਰ ਖਾਂ ਗਰਮੀ 'ਚ ਬੈਠਦਾ ਹੁੰਦਾ ਸੀ, ਥੱਲਿਓਂ ਪਾਣੀ ਚੱਲਦਾ ਸੀ, ਹਵਾ ਚੱਲਦੀ ਅਤੇ ਠੰਡੀ ਹਵਾ ਉਸ ਬੁਰਜ 'ਤੇ ਲੱਗਦੀ। ਗਰਮੀ 'ਚ ਵੀ ਠੰਡ ਲੱਗਣ ਲੱਗ ਜਾਂਦੀ। 4 ਸਪੇਰੋਂ ਖੁੱਲ੍ਹਾ ਹੈ। ਸਾਡੇ ਸਿਆਣਿਆਂ ਨੇ ਢਾਹ ਕੇ ਉੱਥੇ ਇੱਕ ਸੰਖਮਰਮਰ ਲਾ ਤਾ। ਹੁਣ ਉਹ ਸੰਖਮਰਮਰ ਦੇ ਕਿਸੇ ਨੂੰ ਕੀ ਦੱਸੇਗਾ। ਉਸ ਤਰ੍ਹਾਂ ਹੀ ਰਹਿਣਾ ਚਾਹੀਦਾ ਸੀ। ਠੰਡਾ ਬੁਰਜ ਆਉਣ ਵਾਲੀਆਂ ਪੀੜ੍ਹੀਆਂ ਦੇਖਦੀਆਂ ਵੀ ਕਿੱਥੇ ਰਾਤ ਕੱਟੀ ਸੀ। ਨਿਸ਼ਾਨੀਆਂ ਮਿਟਾਈਆਂ ਜਾ ਰਹੀਆਂ ਨੇ ਗੁਰੂ ਘਰਾਂ ਵਿੱਚੋਂ। ਸਾਧ ਸੰਗਤ, ਪੱਥਰ ਕਿਸੇ ਨੂੰ ਕੀ ਦੱਸੇਗਾ, ਭਾਵੇਂ ਸੋਨੇ ਦੇ ਕਲਸ਼ ਲਾ ਦਿਓ,
ਪਰ ਉਹ ਨਿਸ਼ਾਨੀਆਂ ਉਸ ਤਰ੍ਹਾਂ ਹੀ ਰਹਿਣੀਆਂ ਚਾਹੀਦੀਆਂ। ਬਾਹਰਲੇ ਦੇਸ਼ਾਂ 'ਚ ਤੁਸੀਂ ਆਪਣੇ ਦਾਦੇ ਦਾ ਘਰ ਨਹੀਂ ਢਾਹ ਸਕਦੇ। ਆਉਣ ਵਾਲੀਆਂ ਪੀੜ੍ਹੀਆਂ ਦੇਖਣਗੇ ਸਾਡੇ ਬਜ਼ੁਰਗ ਇਹੋ ਜਿਹੇ ਘਰਾਂ 'ਚ ਰਹਿੰਦੇ ਹੁੰਦੇ ਸੀ। ਅਸੀਂ ਜ਼ਿਆਦਾ ਥੋੜ੍ਹੇ ਜਿਹੇ ਸਿਆਣੇ ਹੋ ਗਏ ਹਾਂ। ਸਭ ਨਿਸ਼ਾਨੀਆਂ ਮਿਟਾਈਆਂ ਜਾ ਰਹੀਆਂ ਗੁਰੂ ਘਰਾਂ ਦੇ ਵਿੱਚ। ਸੰਖ ਮਰਮਰ ਮਾਕ ਲਾ ਕੇ ਲਿਖ ਦਿਓ ਇੱਥੇ, ਕੀ ਅੱਖਰ ਪੜ੍ਹ ਕੇ ਕੀ ਸਮਝ ਲੈਗਾ। ਉਸੇ ਤਰ੍ਹਾਂ ਹੀ ਗੜੀ ਚਮਕਾਓ ਰਹਿਣੀ ਚਾਹੀਦੀ ਸੀ, ਅਤੇ ਉਸੇ ਤਰ੍ਹਾਂ ਠੰਡਾ ਬੁਰਜ ਰਹਿਣਾ ਚਾਹੀਦਾ ਸੀ। ਸੋ ਸਾਧ ਸੰਗਤ ਜੀ, ਸਾਰੀ ਰਾਤ ਮਾਤਾ ਸਾਹਿਬਜ਼ਾਦਿਆਂ ਨੂੰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ, ਛੇਵੇਂ ਪਾਤਸ਼ਾਹ ਦੇ ਜੰਗ, ਨੌਵੇਂ ਪਾਤਸ਼ਾਹ ਦੀ ਸ਼ਹੀਦੀ, ਵੱਡਿਆਂ ਦਾ ਇਤਿਹਾਸ, ਕਿਉਂ ਇਤਿਹਾਸ ਆਪਾਂ ਵਿਚਾਰਦੇ ਹਾਂ? ਇਹ ਇਤਿਹਾਸ ਹੀ ਸਾਨੂੰ ਜਿਉਂਦੇ ਰੱਖਦਾ ਹੈ। ਨਹੀਂ ਤਾਂ ਸਾਡੇ ਵਿੱਚ ਮੁਰਦਾਪਣ ਆ ਜਾਂਦਾ, ਅਸੀਂ ਭੁੱਲ ਜਾਂਦੇ ਹਾਂ ਉਹਨਾਂ ਦੇ ਅਸੂਲਾਂ ਨੂੰ। ਇਤਿਹਾਸ ਹੀ ਕੌਮ ਦੀ ਜਿੰਦ ਜਾਨ ਹੁੰਦੀ ਹੈ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਣ, ਉਹ ਦੁਨੀਆ ਦੇ ਤਖਤੇ ਤੋਂ ਹੌਲੀ ਹੌਲੀ ਮਿਟ ਜਾਂਦੀ ਹੈ। ਅੱਜ ਸਾਡੇ ਇਤਿਹਾਸ ਨੂੰ ਅਦਲ ਬਦਲ ਕੀਤਾ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਹੁਣ ਜਿਹੜੇ ਤਾਂ ਪੁਰਾਣੇ ਨੇ ਉਹ ਤਾਂ ਜਾਣਦੇ ਨੇ, ਅਤੇ ਜਿਨ੍ਹਾਂ ਨੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹੀ, ਹੱਥ ਲਿਖਤ, ਉਹਨਾਂ ਨੂੰ ਕੀ ਪਤਾ ਕਿਹੜੇ ਕਿਹੜੇ ਅੱਖਰ ਬਦਲ ਗਏ ਨੇ। ਹੁਣ ਬਹੁਤ ਸਾਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਭੇਖ ਦੇ ਵਿੱਚ। ਰੂਪ ਉਹਨਾਂ ਨੇ ਸਾਡੇ ਵਾਲੇ ਹੀ ਧਾਰਿਆ ਹੋਇਆ, ਹਰ ਇੱਕ ਪੱਖ ਤੋਂ ਅਟੈਕ ਕਰ ਰਹੇ ਨੇ ਆਪਾਂ ਨੂੰ। ਇੱਥੇ ਮਾਤਾ ਤੇ ਸਾਹਿਬਜ਼ਾਦੇ ਸਾਰੀ ਰਾਤ ਕਦੇ ਉਹਨੂੰ ਘੁੱਟ ਕੇ ਨਾਲ ਆਉਂਦੀ ਹੈ, ਕਦੇ ਉਹਨੂੰ ਵੱਡਿਆਂ ਦੀਆਂ ਸਾਖੀਆਂ ਇਤਿਹਾਸ ਸੁਣਾਉਂਦੀ। ਦਿਨ ਚੜ੍ਹ ਗਿਆ, ਕਚਹਿਰੀ ਲੱਗੀ ਸੂਬੇ ਦੀ। ਇੱਥੇ ਗੰਗੂ ਜਿਹੜਾ ਮੋਤੀ ਮਹਿਰਾ ਸੀ, ਭਾਈ ਮੋਤੀ ਮਹਿਰਾ, ਇੱਥੇ ਕਿਲ੍ਹੇ ਦੇ ਵਿੱਚ ਮੁਲਾਜ਼ਮ ਸੀ। ਜਿਹੜੇ ਸਿੱਖ ਅਤੇ ਹਿੰਦੂ ਫੜੇ ਜਾਂਦੇ ਸੀ, ਉਹਨੂੰ ਕੈਦ ਵਿੱਚ ਜਲ ਪਾਣੀ ਛਕਾਉਣ ਦੀ ਡਿਊਟੀ ਮੋਤੀ ਮਹਿਰੇ ਦੀ ਹੁੰਦੀ ਸੀ। ਉਹ ਪਹਿਲਾਂ ਹੀ ਅਹਿਲਕਾਰ ਸੀ ਇੱਥੇ। ਇਹਦਾ ਭਰਾ ਸੀ ਪੰਮਾ, ਜਿਹਨੇ ਗੰਗੂ ਦਾ ਸਾਰਾ ਭੇਦ ਦੱਸਿਆ ਸੀ ਵਜ਼ੀਰ ਖਾਨ। ਉਹ ਤਾਂ ਰਾਤ ਨੂੰ ਲਾਲਚ ਦੇ ਕੇ ਜਲ ਪਾਣੀ ਛਕਾਉਂਦਾ ਰਿਹਾ ਸੀ ਨਾ, ਪਹਿਰੇਦਾਰਾਂ ਨੂੰ ਆਪਣੀ ਘਰਵਾਲੀ ਦੇ ਗਹਿਣੇ ਦੇ ਕੇ ਸਾਰੇ। ਇਹ ਗੱਲ ਗੁਪਤ ਸੀ, ਕਿਹਨੇ ਦੱਸੀ ਫਿਰ? ਇਹਦਾ ਭਰਾ ਪੰਮਾ, ਉਹਨੇ ਸਾਰੀ ਵਜ਼ੀਰ ਖਾਨ ਨੂੰ ਗੱਲ ਦੱਸੀ ਵੀ ਮੇਰਾ ਭਰਾ ਮੋਤੀ ਇਹ 3 ਦਿਨ ਮਾਤਾ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਂਦਾ ਰਿਹਾ। ਸਾਨੂੰ ਤਾਂ ਮਾਰੇ ਹੀ ਆਪਣਿਆਂ ਨੇ ਹੋਇਆ। ਸਾਧ ਸੰਗਤ ਜੀ, ਸਾਡਾ ਬਹੁਤਾ ਨੁਕਸਾਨ ਆਪਣਿਆਂ ਨੇ ਕੀਤਾ ਹੈ। ਅੱਜ ਵੀ ਤੁਸੀਂ ਸੁਣਦੇ ਹੋ ਨਾ ਉਹਨਾਂ ਦੀ ਬੋਲੀ। ਇੱਕ ਪਾਸੇ ਅਸੀਂ ਸੜਕਾਂ 'ਤੇ ਬੈਠੇ ਸੀ, ਉਹ ਵੀ ਸਾਡੇ ਵਾਲੇ ਸੀ ਜਿਹੜੇ ਕਹਿ ਰਹੇ ਸੀ ਤਾਂ ਐਵੇਂ ਰੌਲਾ ਪਾਉਂਦੇ ਨੇ, ਗੱਲਾਂ ਤਾਂ ਠੀਕ ਨੇ ਸਾਰੀਆਂ। ਵਫਾਦਾਰ ਅਤੇ ਗਦਾਰ ਜਦੋਂ ਦੀ ਦੁਨੀਆ ਬਣੀ, ਜਿੰਨਾ ਚਿਰ ਰਹੇਗੀ ਦੋਵੇਂ ਇਕੱਠੇ ਹੀ ਚੱਲਦੇ ਰਹਿਣਗੇ। ਗਦਾਰ ਵੀ ਅਤੇ ਵਫਾਦਾਰ ਵੀ। ਪੜ੍ਹੋ ਇਤਿਹਾਸ, ਸਾਡਾ ਆਪਣਿਆਂ ਨੇ ਜ਼ਿਆਦਾ ਨੁਕਸਾਨ ਕੀਤਾ ਹੋਇਆ, ਸਾਨੂੰ ਆਪਣਿਆਂ ਨੇ ਜ਼ਿਆਦਾ ਮਾਰਿਆ ਹੋਇਆ। ਇਹ ਸਾਰਾ ਭੇਤ ਉਹਦੇ ਭਰਾ ਨੇ ਦੱਸਿਆ ਸੀ, ਮੋਤੀ ਮਹਿਰੇ ਦੇ ਨੇ। ਸੋ ਸਾਧ ਸੰਗਤ ਜੀ, ਮੋਤੀ ਨੇ ਪਹਿਰੇਦਾਰ ਨੂੰ ਆਖਿਆ, ਉਹ ਮੇਰੀ ਡਿਊਟੀ ਹੈ, ਜਿਹੜੇ ਸਿੱਖ ਫੜੇ ਜਾਂਦੇ ਨੇ, ਹਿੰਦੂ ਫੜੇ ਜਾਂਦੇ ਨੇ, ਉਹਨਾਂ ਨੂੰ ਜਲ ਪਾਣੀ ਮੈਂ ਛਕਾਉਣਾ। ਕਹਿੰਦਾ ਹੁਕਮ ਹੀ ਨਹੀਂ ਪਾਣੀ ਦੇਣ ਦਾ ਵੀ। ਸਾਰੇ ਗਹਿਣੇ ਲਿਆ ਕੇ ਉਹਨੂੰ ਪਹਿਰੇਦਾਰ ਨੂੰ ਦਿੱਤੇ, ਅਤੇ ਇੱਕ ਗਲਾਸ, ਇੱਕ ਗੜਵੀ ਦੁੱਧ ਹੀ ਲੈ ਕੇ ਆਉਂਦਾ ਸੀ, ਮਾਤਾ ਤੇ ਸਾਹਿਬਜ਼ਾਦਿਆਂ ਨੂੰ ਛਕਾਉਂਦਾ ਸੀ। 3 ਦਿਨ ਹੀ ਸ਼ਿਕਾਇਤ, 3 ਰਾਤਾਂ ਹੀ ਮਾਤਾ ਜੀ ਰਹੇ ਨੇ। ਕਚਹਿਰੀ ਲੱਗੀ, ਸਾਹਿਬਜ਼ਾਦੇ ਨੂੰ ਬੁਲਾਇਆ ਗਿਆ, ਤਿਆਰ ਕੀਤੇ ਸਾਹਿਬਜ਼ਾਦੇ, ਦਮਾਲੇ ਸਜਾਏ, ਗਾਤਰੇ ਪਾਏ, ਕਲਗੀਆਂ ਲਾਈਆਂ, ਮਾਤਾ ਨੂੰ ਨਮਸਕਾਰ ਕਰਕੇ ਤੁਰੇ। ਜਾ ਕੇ ਕਚਹਿਰੀ ਜਕਾਰਾ ਛੱਡਿਆ। ਪਹਿਲਾ ਦਿਨ ਸੀ। ਵਜ਼ੀਰ ਖਾਂ, ਨਰਮਾਈ ਬੱਚਿਓ, ਬੜੇ ਸੋਹਣੇ ਹੋ ਤੁਸੀਂ, ਬੜੀਆਂ ਮੋਹਣੀਆਂ ਮੂਰਤੀਆਂ ਤੁਹਾਡੀਆਂ। ਜੇ ਤੁਸੀਂ ਕਲਮਾ ਪੜ੍ਹੋ,
ਸਲਾਮ ਕਰੋ ਅਤੇ ਕਲਾਮ ਪੜ੍ਹੋ, ਤੁਹਾਨੂੰ ਪਿਸਤਾਂ ਵਰਗੇ ਸੁੱਖ ਦਿੱਤੇ ਜਾ ਸਕਦੇ ਆ। ਬੇਗਮਾਂ ਦੇ ਡੋਲੇ, ਵੱਡੀਆਂ ਜੰਗੀਰਾਂ। ਪਹਿਲੇ ਦਿਨ ਬਾਬਾ ਜ਼ੋਰਾਵਰ ਸਿੰਘ ਜਵਾਬ ਸਵਾਲ ਕਰਦਾ ਰਿਹਾ। ਪਹਿਲੇ ਦਿਨ ਅਤੇ ਜ਼ੋਰਾਵਰ ਸਿੰਘ ਆਪਣੇ ਜੋੜੇ ਦੀ ਨੋਕ ਵੱਲ ਉਂਗਲੀ ਕਰਕੇ ਕਹਿੰਦਾ, ਵਜ਼ੀਰ ਖਾਂ, ਆਹ ਦੁਨੀਆ ਦੇ ਸੁੱਖ ਸਾਡੀ ਪੈਰ ਦੀ ਜੁੱਤੀ ਦੇ ਨੋਕ ਦੇ ਬਰਾਬਰ ਵੀ ਨਹੀਂ। ਸਾਨੂੰ ਸਿੱਖੀ ਆਪਣੇ ਪ੍ਰਾਣਾਂ ਤੋਂ ਪਿਆਰੀ ਹੈ। ਨਰਮਾਈ ਵਰਤੀ। ਪਹਿਲੇ ਦਿਨ ਸ਼ਾਮ ਨੂੰ ਸਾਹਿਬਜ਼ਾਦੇ ਮਾਤਾ ਜੀ ਕੋਲ ਮੁੜ ਆਏ। ਲੱਖ ਲੱਖ ਸ਼ੁਕਰ ਕੀਤਾ। ਮੋਤੀ ਦੁੱਧ ਲੈ ਕੇ ਆ ਗਿਆ। ਸਾਰੀ ਵਾਰਤਾ ਸੁਣਾਈ। ਮਾਤਾ, ਸ਼ੇਰਾਂ ਦੇ ਪੁੱਤ ਸ਼ੇਰ ਹੁੰਦੇ ਨੇ, ਗਿੱਦੜਾਂ ਥੋੜ੍ਹਾ ਰਲ ਜਾਂਦੇ। ਇੱਕ ਗੱਲ ਦਾ ਜਵਾਬ ਜ਼ੋਰਾਵਰ ਸਿੰਘ ਗਰਜ ਗਰਜ ਕੇ, ਕੋਈ ਝੁੱਕ ਕੇ ਜਾਂ ਕੋਈ ਡਰ ਕੇ ਨਹੀਂ। ਦੂਜੇ ਦਿਨ ਕਚਹਿਰੀ ਲੱਗੀ। 12 ਪੋਹ ਦੀ ਸਖਤੀ ਦਾ ਦੌਰ ਚੱਲਿਆ। ਸਾਧ ਸੰਗਤ ਜੀ, ਦਰਵਾਜ਼ੇ ਦੀ ਤਾਕੀ ਖੁੱਲ੍ਹੀ ਰੱਖੀ ਗਈ, ਗੇਟ ਬੰਦ ਕੀਤਾ ਗਿਆ। ਸਾਹਿਬਜ਼ਾਦੇ ਝੁੱਕ ਕੇ ਲੰਘਣੇ ਗਏ। ਵਜ਼ੀਰ ਖਾਂ ਸਮਝ ਗਏ ਮੈਨੂੰ ਸਾਹਿਬਜ਼ਾਦੇ ਨੇ ਸਲਾਮ ਕੀਤੀ। ਅਤੇ ਮਾਤਾ ਨੂੰ ਕਿਹਾ ਸੀ ਬਾਬਾ ਫਤਿਹ ਸਿੰਘ ਨੇ, ਅੱਜ ਵੱਡਾ ਵੀਰਾ ਬੋਲਦਾ ਰਿਹਾ, ਮੈਨੂੰ ਇਹਨੇ ਬੋਲਣ ਨਹੀਂ ਦਿੱਤਾ, ਇਹਨੂੰ ਕਹਿ ਦਿਓ ਕੱਲ੍ਹ ਨੂੰ ਮੈਂ ਬੋਲਾਂਗਾ ਕਚਹਿਰੀ 'ਚ, ਇਹ ਨਾ ਬੋਲੇ। ਇੰਨੇ ਤੇਜ਼ ਤਰਾਰ ਸੀ ਬਾਬਾ ਫਤਿਹ ਸਿੰਘ। ਉਮਰ 7 ਸਾਲ ਸੀ ਉਹਨਾਂ ਦੀ। ਬਾਬਾ ਫਤਿਹ ਸਿੰਘ ਕਹਿੰਦਾ, ਜ਼ੋਰਾਵਰ, ਤੈਨੂੰ ਪਤਾ ਤਾਕੀ ਕਿਉਂ ਖੁੱਲ੍ਹੀ ਹੈ? ਝੁੱਕ ਕੇ ਲੰਘਾਂਗੇ ਗੁਰੂ ਦੇ ਪੁੱਤਰ, ਅਤੇ ਵਜ਼ੀਰ ਖਾਂ ਆਖੇਗਾ ਗੁਰੂ ਦੇ ਪੁੱਤਰਾਂ ਨੇ ਮੈਨੂੰ ਸਲਾਮ ਕਰ ਦਿੱਤੀ ਹੈ। ਆਪਾਂ ਸਿਰ ਨਹੀਂ ਲੰਘਾਉਣੇ। ਪਹਿਲਾਂ ਅੰਦਰ ਜੋੜੇ ਜ਼ਾਲਮ ਨੂੰ ਜੁੱਤੀ ਦਿਖਾਉਣੀ ਆ। ਬੜੇ ਔਖੇ ਹੋ ਕੇ ਲੰਘੇ। ਗੱਜ ਕੇ ਜਕਾਰਾ ਛੱਡਿਆ। ਵਜ਼ੀਰ ਖਾਂ ਕਹਿੰਦਾ, ਅਨੰਦਪੁਰ ਸਾਹਿਬ ਦਾ ਕਿਲ੍ਹਾ ਜਿੱਥੇ ਜਕਾਰੇ ਛੱਡ ਦਿਓ। ਇਹ ਮੁਗਲ ਸਮਰਾਟ ਵਜ਼ੀਰ ਖਾਂ ਦੀ ਕਚਹਿਰੀ। ਇੱਥੇ ਸਲਾਮ ਕਰਨੀ ਪਏਗੀ, ਕਲਾਮ ਪੜ੍ਹਨੀ ਪਏਗੀ। ਸਾਹਿਬਜ਼ਾਦੇ ਕਹਿੰਦੇ, ਫੌਲਾਦ ਟੁੱਟ ਜਾਂਦਾ ਹੁੰਦਾ, ਖੁੰਡਾ ਨਹੀਂ ਹੁੰਦਾ ਕਦੇ। ਸੋ ਸਾਧ ਸੰਗਤ ਜੀ, ਬਲ ਦੀ ਮਿਸਾਲ ਮੰਗਾਈ ਗਈ। ਜਲਾਦਾਂ ਨੇ ਫੜ ਕੇ ਦੋਵਾਂ ਸਾਹਿਬਜ਼ਾਦਿਆਂ ਦੇ ਪੋਟੇ ਅੱਗ ਦੇ ਉੱਤੇ ਕੀਤੇ। ਦੂਨਾ ਸਿੰਘ ਹੰਡੂਰੀਆ, ਜਿਹੜਾ ਮੌਕੇ ਦਾ ਲਿਖਾਰੀ ਹੈ, ਜਿਹੜਾ ਆਸੇ ਪਾਸੇ ਰਹਿੰਦਾ ਅਤੇ ਸਾਰੀ ਵਾਰਤਾ ਮੌਕੇ 'ਤੇ ਲਿਖ ਰਿਹਾ, ਜਿਹੜੀ ਬਾਕੀਆਂ ਨੇ ਕੁਛ ਲਿਖਿਆ, ਕਿਸੇ ਨੇ ਕੁਛ। ਗੁਰਸੁੱਤਨ ਕੀ ਕਥਾ, ਗੁਰੂ ਦੇ ਪੁੱਤਰਾਂ ਦੀ ਕਥਾ ਉਹਨੇ ਲਿਖੀ ਹੈ ਕਿਤਾਬ। ਉਹ ਲਿਖਦਾ, ਪਹਿਲਾਂ ਸਾਹਿਬਜ਼ਾਦਿਆਂ ਦੇ ਮਾਸੂਮ ਪੋਟੇ ਅੱਗ ਦੇ ਵਿੱਚ ਅਗਲੇ ਸਾੜੇ ਗਏ। ਕਹਿੰਦੇ, ਈਨ ਕਬੂਲ ਹੈ, ਦੀਨ ਕਬੂਲ ਹੈ। ਬਾਬਾ ਫਤਿਹ ਸਿੰਘ ਕਹਿੰਦਾ, ਟੁਕੜੇ ਟੁਕੜੇ ਹੋ ਸਕਦਾ ਸਰੀਰ ਗੁਰੂ ਦੇ ਲਾਲਾਂ ਦਾ, ਕਦੇ ਸਿੱਖੀ ਦੇ ਸਿਧਾਂਤਾਂ ਤੋਂ ਨਹੀਂ ਡੋਲ ਸਕਦਾ। ਅਸੀਂ ਆਪਣੀ ਐਸ਼ ਦੀ ਜ਼ਿੰਦਗੀ ਵਾਸਤੇ ਸਿੱਖੀ ਛੱਡੀ ਫਿਰਦੇ ਹਾਂ। ਅਸੀਂ ਲੰਗਰ ਲਾਏ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਜੋੜ ਮੇਲੇ ਦੀ ਯਾਦ 'ਚ। ਪਤਾ ਨਹੀਂ ਕਿਹੜੀ ਯਾਦ ਮਨਾ ਰਹੇ ਹੋ ਤੁਸੀਂ। ਪੋਟੇ ਸਾੜ ਦਿੱਤੇ ਸਾਹਿਬਜ਼ਾਦਿਆਂ ਦੇ ਅੱਗ ਵਿੱਚ, ਨਹੀਂ ਮੰਨੇ। ਫਿਰ ਦੋਵਾਂ ਨੂੰ ਪੈਰਾਂ ਨੂੰ ਬੰਨ੍ਹ ਕੇ ਰੱਸੇ ਖੂਹ 'ਚ ਲਮਕਾਇਆ ਗਿਆ। ਇਹ ਫਤਿਹਗੜ੍ਹ ਸਾਹਿਬ ਦੀ ਡਿਊਟੀ ਦੇ ਅੱਗੇ ਸੀ ਖੂਹ। ਸਿਆਣਿਆਂ ਨੇ ਪੂਰ ਛੱਡਿਆ। ਹੁਣ ਖਲਾਏਗੀ ਸੰਗਤ। ਥੋੜ੍ਹੀਆਂ ਜਾਗਰਤੀ ਜਿਹੀ ਆ ਰਹੀ ਹੈ। ਆਪਾਂ ਨੂੰ ਲੇਟ ਹੀ ਆਉਂਦੀ ਹੈ ਵੈਸੇ। ਆਪ ਹੀ ਪਰਚੀਆਂ ਵੋਟਾਂ ਪਾਈ ਜਾਣੀਆਂ, ਆਪ ਹੀ ਹਾਰ ਪਾਈ ਜਾਣੇ ਬਲਾ। ਉਹ ਸੋਚਿਆ ਰਾਜ ਸਾਡਾ, ਇਹਨਾਂ ਦੇ ਬਾਪ ਦਾ ਰਾਜ ਹੈ, ਆਪ ਹੀ ਇਹਨਾਂ ਦੇ ਗਲਾਂ 'ਚ ਹਾਰ ਪਾਈ ਜਾਂਦੇ। ਹੁਣ ਇਹ ਬੁਲਾਉਂਦੇ ਨੇ, ਉਹ ਆਉਂਦੇ ਹੀ ਨਹੀਂ, ਕਹਿੰਦੇ ਅਸੀਂ ਨਹੀਂ ਆਉਂਦੇ। ਹੁਣ ਤੁਹਾਨੂੰ ਪਤਾ ਲੱਗ ਗਿਆ, ਹੁਣ ਨਹੀਂ ਆਉਂਦੇ। ਅਤੇ ਜਿਹੜੇ ਆਉਂਦੇ ਨੇ ਹਾਰ ਦੂਜੇ ਬਣਾ ਕੇ ਰੱਖਦੇ ਆ। ਹੁਣ ਕਿਤੇ ਉਸਲ ਵੱਟਾ ਜਿਹਾ ਲੈ ਕੇ ਫੇਰ ਨਾ ਪੈ ਜਾਇਆ ਜੇ, ਥੋੜ੍ਹਾ ਜਾਗਦੇ ਹੀ ਰਿਹਾ ਜੀ, ਕਿਤੇ ਫੇਰ ਕੋਈ ਗੱਲ ਨਹੀਂ। ਚਲੋ ਆਪਾਂ ਤਾਂ ਇੱਕੋ ਹੀ ਹਾਂ। ਕਿਸੇ ਨੇ ਬਾਤ ਨਹੀਂ ਲਈ। ਉੱਥੇ ਬੈਠੇ ਹਾਂ। ਆਹੀ ਮਹੀਨਾ ਸੀ ਪਿਛਲੇ ਸਾਲ। ਉੱਥੇ ਨੇੜੇ ਹੀ ਸੀ ਸਾਡਾ ਵੀ ਸ਼ੈੱਡ ਬਣਿਆ ਹੋਇਆ। ਭੁੱਲ ਨਹੀਂ ਜਾਣਾ ਚਾਹੀਦਾ। ਸੋ ਸਾਧ ਸੰਗਤ ਜੀ,
ਲੋਕਾਂ ਨੂੰ ਤਾਂ ਪਤਾ ਹੈ 300 ਸਾਲ ਤੱਕ ਨਹੀਂ ਭੁੱਲਦੇ, ਪਰ ਆਪਣਾ ਇਹ ਵੀ ਥੋੜ੍ਹਾ ਜਿਹਾ ਜ਼ਿਆਦਾ ਛੇਤੀ ਨਰਮਾਈ 'ਚ ਛੇਤੀ ਆ ਜਾਂਦੇ ਆ। ਫਿਰ ਖੂਹ 'ਚ ਲਮਕਾਇਆ ਗਿਆ ਸਾਹਿਬਜ਼ਾਦਿਆਂ ਨੂੰ, ਪੁੱਛਿਆ ਦੀਨ ਕਬੂਲ? ਨਹੀਂ, ਸਿੱਖੀ ਨਹੀਂ ਛੱਡੀ ਜਾ ਸਕਦੀ। ਸਾਧ ਸੰਗਤ ਜੀ, ਛਮਕ ਲਈ ਜਿਵੇਂ ਤੂਤ ਦੀ ਛਟੀ ਹੁੰਦੀ ਨਾ, ਪਵਿੱਤਰ ਸਰੀਰਾਂ ਦੇ ਉੱਤੇ ਮਾਰ ਮਾਰ ਕੇ ਸਾਹਿਬਜ਼ਾਦਿਆਂ ਦੇ ਸਰੀਰ ਨੀਲੇ ਕੀਤੇ ਗਏ। ਜਿਵੇਂ ਬੈਂਤ ਹੁੰਦੇ ਆ, ਛਟੀਆਂ ਹੁੰਦੀਆਂ, ਕੋਮਲ ਸਰੀਰ ਸੀ ਲਾਲਾਂ ਦੇ। ਮਾਵਾਂ ਨੂੰ ਪਤਾ ਹੋਣਾ 7 ਕੁ ਸਾਲ ਦਾ ਪੁੱਤਰ ਕਿੱਡਾ ਕੁ ਹੁੰਦਾ। ਕਿਤੇ ਕੰਡਾ ਚੁੱਭ ਜਾਏ ਬੱਚੇ ਨੂੰ, ਮਾਂ ਨਹੀਂ ਸੌਂ ਸਕਦੀ। ਉਹ ਦਿਨ ਚੱਲ ਰਹੇ ਨੇ, ਕਿਤੇ ਭੁੱਲ ਨਾ ਜਾਇਓ। ਕਿਤੇ ਗੀਚੀ ਮਨਾ ਲਈ, ਕਦੇ ਕੰਨ ਮਨਾ ਲਏ, ਕਦੇ ਮੁਰਕੀਆਂ ਪਾ ਲਈਆਂ। ਸਰੀਰ ਨੀਲੇ ਕਰਤੇ ਮਾਰ ਮਾਰ ਕੇ ਉਹਨਾਂ ਦੇ ਸਰੀਰ ਦੇ ਉੱਤੇ। ਪਿੱਪਲ ਨਾਲ ਪਿਛਾਂ ਨੂੰ ਬਾਹਾਂ ਕਰਕੇ ਬੰਨ੍ਹ ਲਏ ਸਾਹਿਬਜ਼ਾਦੇ, ਤੇ ਦੂਰ ਖੜ ਕੇ ਉਹਨਾਂ ਦੇ ਪਵਿੱਤਰ ਸਰੀਰ ਤੇ ਗਲੇਲੇ ਮਾਰ ਰਹੇ ਨੇ। ਇਹ ਥੋੜ੍ਹਾ ਵੀ ਇਕੱਲੇ ਠੰਡੇ ਬੁਰਜੀ ਬੰਦ ਕੀਤੇ, ਬੜੇ ਜ਼ਬਰ ਤੇ ਜ਼ੁਲਮ ਹੋਏ ਨੇ ਸਾਹਿਬਜ਼ਾਦਿਆਂ ਉੱਤੇ, ਬੜੇ ਤਸ਼ੱਦਦ ਝੱਲੇ ਨੇ ਉਹਨਾਂ ਨੇ। ਇੱਕ ਗਲੇਲਾ ਬਾਬਾ ਫਤਿਹ ਸਿੰਘ ਦੀ ਅੱਖ ਵਿੱਚ ਵੱਜਿਆ, ਖੂਨ ਵਗ ਰਿਹਾ, ਅੱਖ 'ਚ ਤਾਂ ਵਾਲ ਪੈ ਜਾਵੇ ਬਰਦਾਸ਼ਤ ਨਹੀਂ ਹੁੰਦਾ, ਤੇ ਗਲੇਲਾ ਵੱਜਿਆ ਬਾਬਾ ਫਤਿਹ ਸਿੰਘ ਦੀ ਅੱਖ, ਖੂਨ ਵਗ ਰਿਹਾ। ਇੱਕ ਐਲਕਾਰ ਕਹਿੰਦਾ ਕੀ ਕਰੋਗੇ ਇਹਨਾਂ ਨੂੰ, ਕਿਵੇਂ ਮਨਾਓਗੇ? ਨਹੀਂ, ਇਹਨਾਂ ਨੇ ਨਹੀਂ ਮੰਨਣਾ। ਹੱਥ ਖੋਲ ਦਿੱਤੇ। ਬਾਬਾ ਫਤਿਹ ਸਿੰਘ ਆਪਣੀ ਅੱਖ ਮਲ ਰਹੇ ਨੇ ਤੇ ਖੂਨ ਵਗ ਰਿਹਾ ਅੱਖ ਦੇ ਵਿੱਚੋਂ। ਕਾਜੀ ਕਹਿੰਦਾ ਸਲਾਮ ਕਰੋਗੇ, ਦੀਨ ਕਬੂਲ ਕਰੋਗੇ? ਬਾਬਾ ਫਤਿਹ ਸਿੰਘ ਅੱਖ ਮਲਦੇ ਸਿਰ ਹਿਲਾ ਦਿੱਤਾ, ਨਹੀਂ ਨਹੀਂ, ਦੀਨ ਨਹੀਂ ਕਬੂਲ। ਪੋਟੇ ਸਾੜੇ ਗਏ, ਪਿੰਡਾ ਨੀਲਾ ਕੀਤਾ ਗਿਆ ਬੈਂਤਾਂ ਨਾਲ, ਛਟੀਆਂ ਨਾਲ, ਗਲੇਲੇ ਮਾਰ ਮਾਰ ਕੇ ਸਰੀਰ ਦੇ ਉੱਤੇ ਕੋਮਲ ਜ਼ਖਮ ਕੀਤੇ ਗਏ। ਫਿਰ ਨਹੀਂ ਮੰਨੇ ਸਾਹਿਬਜ਼ਾਦੇ। ਫਿਰ ਕਾਜੀ ਨੂੰ ਕਿਹਾ ਫਤਵਾ ਲਾਓ। ਦਰਬਾਰੀ ਬੈਠੇ ਸੀ, ਉਹਦੇ ਅਹਿਲਕਾਰ ਬੈਠੇ ਸੀ। ਅਹਿਲਕਾਰਾਂ ਨੂੰ ਪੁੱਛਿਆ ਕੋਈ ਵਕਾਲਤ ਕਰਨੀ ਚਾਹੁੰਦਾ ਇਹਨਾਂ ਦੀ? ਸ਼ੇਰ ਖਾਂ ਮਲੇਰਕੋਟਲਾ ਨਵਾਬ ਕਹਿੰਦਾ ਵਜ਼ੀਰ ਖਾਂ, ਕੁਰਾਨ ਵਿੱਚ ਬੁੱਢੇ ਨੂੰ ਮਾਰਨਾ, ਮਾਈ ਨੂੰ ਮਾਰਨਾ, ਬੱਚੇ ਨੂੰ ਮਾਰਨਾ ਕੁਰਾਨ ਤੋਂ ਉਲਟ ਹੈ। ਵਜ਼ੀਰ ਖਾਂ ਕਹਿੰਦਾ ਤੇਰਾ ਭਰਾ ਨਾਰ ਖਾਂ ਮਾਰਿਆ ਕਲਗੀਧਰ ਪਾਤਸ਼ਾਹ ਨੇ ਚਮਕੌਰ ਦੀ ਗੜੀ 'ਚ, ਤੂੰ ਆਪਣੇ ਭਰਾ ਦਾ ਬਦਲਾ ਲੈ ਇਹਨਾਂ ਤੋਂ, ਤੂੰ ਉਲਟਾ ਮੈਨੂੰ ਮੱਤ ਦੇਣਾ। ਉਹ ਸ਼ੇਰ ਖਾਂ ਕਹਿੰਦਾ ਮੈਂ ਐਡਾ ਕੈਰ ਨਹੀਂ ਨਾ ਮਾਸੂਮ ਬੱਚਿਆਂ ਤੋਂ ਵੈਰ ਲਵਾਂ। ਹਾਂ, ਜਦ ਕਿਤੇ ਮੈਦਾਨੇ ਜੰਗ 'ਚ ਖੰਡਾ ਖੜਕਿਆ ਫਿਰ ਮੈਂ ਆਪਣੇ ਭਰਾ ਦਾ ਬਦਲਾ ਜ਼ਰੂਰ ਲਾਂਗਾ, ਪਰ ਇਹ ਪਾਪ ਹੈ, ਤੁਹਾਨੂੰ ਖੁਦਾ ਦੇ ਘਰ 'ਚ ਜਵਾਬ ਤਲਬੀ ਹੋਵੇਗੀ। ਇਹ ਕਹਿੰਦਾ ਕਹਿੰਦਾ ਬਾਹਰ ਨਿਕਲ ਗਿਆ। ਹਾਂ ਦਾ ਨਾਰਾ ਛਡਾਏ ਨਹੀਂ, ਪਰ ਸੱਚ ਬੋਲਿਆ ਕਚਹਿਰੀ 'ਚ। ਥੋੜ੍ਹੇ ਲੋਕ ਹੁੰਦੇ ਨੇ ਜਿਹੜੇ ਸੱਚ ਬੋਲਦੇ ਨੇ, ਬਾਕੀ ਮੌਕਾ ਦੇਖ ਕੇ ਬੋਲੀ ਬਦਲ ਜਾਂਦੇ। ਤੇ ਉੱਥੇ ਹੀ ਬੈਠਾ ਸੀ ਗੁਰੂ ਘਰ ਦਾ ਨਿਮਕ ਹਰਾਮੀ, ਝੂਠਾ ਆਨੰਦ ਜਿਹਨੂੰ ਕਹਿੰਦੇ ਨੇ, ਸੁੱਚਾ ਆਨੰਦ। ਵਜ਼ੀਰ ਖਾਂ ਨੂੰ ਕਹਿਣ ਲੱਗਾ ਸ਼ੇਰ ਖਾਂ ਨੇ ਗੱਲ ਤਾਂ ਠੀਕ ਆਖੀ ਹੈ, ਬੱਚੇ ਨੇ, ਇਹਨਾਂ ਨੂੰ ਪੁੱਛ ਤਾਂ ਲਓ, ਖਿਆਲ ਬੱਚਿਆਂ ਵਾਲੇ ਨੇ ਕਿ ਵੱਡਿਆਂ ਵਾਲੇ ਖਿਆਲ ਨੇ? ਬੱਚੇ ਉਹ ਛੱਡਦੀ ਕੀ ਕਰੋਗੇ? ਕਹਿੰਦਾ ਕਰਨਾ ਕੀ ਹੈ, 10ਵੇਂ ਪਾਤਸ਼ਾਹ ਨੂੰ ਮਿਲਾਂਗੇ, ਸਿੰਘ ਇਕੱਠੇ ਕਰਾਂਗੇ ਫੌਜ, ਫਿਰ ਜ਼ੁਲਮ ਦਾ ਟਾਕਰਾ ਕਰਾਂਗੇ। ਜੇ ਅਸੀਂ ਫੇਰ ਫੜ ਲਿਆ, ਕਹਿੰਦੇ ਫਿਰ ਜੋ ਕੁਛ ਮਰਜ਼ੀ ਕਰ ਲਿਆ ਜੇ। ਸੁੱਚਾ ਆਨੰਦ ਕਹਿੰਦਾ ਸੁਣ ਲਓ, ਇਹ ਬੱਚੇ ਨੇ, ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਆ, ਸੱਪਾਂ ਦੇ ਪੁੱਤਰ ਸੱਪ ਹੁੰਦੇ ਆ। ਝੂਠਾ ਆਨੰਦ। ਸੋ ਸਾਧ ਸੰਗਤ ਜੀ ਫਿਰ ਫਤਵਾ ਲਾਇਆ ਕਿ ਨੀਹਾਂ ਵਿੱਚ ਚਿਣ ਕੇ ਘੁੱਟ ਕੇ ਸ਼ਹੀਦ ਕੀਤਾ ਜਾਏ।
ਇੱਟਾਂ ਆ ਗਈਆਂ, ਗਾਰਾ ਆ ਗਿਆ, ਮਿਸਤਰੀ ਚਿਣ ਚਿਣ ਕੇ ਇੱਟਾਂ ਲਾਉਣ ਲੱਗ ਪਏ। ਗੁੱਡਿਆਂ ਤੋਂ ਘਾਈ ਕੰਧ, ਚੱਪਣੀ ਉੱਚੀ ਸੀ, ਇੱਟ ਲੱਗਦੀ ਨਹੀਂ। ਮਿਸਤਰੀ ਮਾਰ ਕੇ ਤੇਸੀ ਲੱਗਾ ਇੱਟ ਭੰਨਣ। ਬਾਬਾ ਫਤਿਹ ਸਿੰਘ ਕਹਿੰਦਾ ਸਿੱਖੀ ਦੀ ਨੀਂਹ ਉਸਰ ਰਹੀ ਹੈ ਮਿਸਤਰੀ ਜੀ, ਟੁੱਟੀ ਇੱਟ ਨਾ ਲਾਇਓ ਇਹਨੂੰ। ਜੇ ਤੇਰੀ ਇੱਟ ਨਹੀਂ ਠੀਕ ਲੱਗਦੀ, ਬਿਨਾਂ ਸ਼ੱਕ ਤੇਸੀ ਨਾਲ ਮੇਰੀ ਚੱਪਣੀ ਘੜ ਲੈ ਗੋਡੇ ਦੀ, ਪਰ ਇਹਨੂੰ ਟੁੱਟੀ ਇੱਟ ਨਾ ਲਾਈ। ਅੱਜ ਸਾਡੇ ਪੜ੍ਹੇ ਲਿਖਿਆਂ ਨੇ ਉਹ ਖਿੰਗਰ ਕਰ ਦਿੱਤੀ, ਕੰਗ ਇੱਟ ਇੱਟ ਖਿਲਾਰ ਦਿੱਤੀ। ਛਾਤੀ ਤੱਕ ਕੰਧਾਂ ਆਈਆਂ, ਸਵਾਸ ਰੁਕ ਗਏ, ਘੁੱਟੇ ਗਏ ਸਾਹ। ਕੰਧ ਦਾ ਦਿਲ ਪਾਟ ਗਿਆ, ਡਿੱਗ ਗਈ। ਫੇਰ ਸਾਹਿਬਜ਼ਾਦੇ ਹੋਸ਼ 'ਚ ਲਿਆਂਦੇ ਗਏ, ਫੇਰ ਕੰਧ ਚਿਣੀ। ਦੂਜੀ ਵਾਰੀ ਕੰਧ ਡਿੱਗੀ, ਸਾਹਿਬਜ਼ਾਦੇ ਬੇਸੁਰਤ। ਜ਼ਾਲਮ ਵਜ਼ੀਰ ਖਾਂ ਤੋਂ ਵੀ ਪਾਪ ਦੇਖਿਆ ਨਾ ਗਿਆ। ਕਹਿੰਦਾ ਕੋਈ ਜਲਾਦ ਇਹਨਾਂ ਨੂੰ ਕਤਲ ਕਰੇ। ਸਮਾਣੇ ਦੇ 2 ਜਲਾਦ ਜਿਨ੍ਹਾਂ ਦਾ ਵਜ਼ੀਰ ਖਾਂ ਦੀ ਕਚਹਿਰੀ 'ਚ ਕੇਸ ਚੱਲਦਾ ਸੀ, ਕਹਿੰਦਾ ਸਾਡਾ ਕੇਸ ਮਾਫ ਕਰ ਦਿਓ, ਇਹ ਪਾਪ ਅਸੀਂ ਕਰ ਦਿੰਦੇ। ਉਹਨਾਂ ਜਲਾਦਾਂ ਨੇ ਫਿਰ ਸਾਹਿਬਜ਼ਾਦਿਆਂ ਦੀ ਛਾਤੀਆਂ 'ਤੇ ਬੈਠ ਕੇ ਛੁਰਿਆਂ ਨਾਲ ਸਿਰ ਕਲਮ ਕਰ ਦਿੱਤੇ ਸਾਹਿਬਜ਼ਾਦਿਆਂ ਦੇ। ਸੋ ਸਾਧ ਸੰਗਤ ਜੀ, ਰਾਤ ਪੈ ਗਈ, ਸਾਰੀ ਸਰਹੰਦ ਵਿੱਚ ਕਿਸੇ ਨੇ ਅੱਗ ਨਹੀਂ ਬਾਲੀ। ਲੋਕੀ ਕਹਿੰਦੇ ਸੀ ਕੰਧ ਦਿਲ ਪੜ ਜਾਏਗਾ ਧਰਤੀ ਦਾ, ਗਰਕ ਜਾਏਗੀ ਧਰਤੀ ਜਿੱਥੇ ਏਡਾ ਪਾਪ ਹੋ ਗਿਆ। ਇੱਕ ਪਹਿਰ ਰਾਤ ਲੰਘ ਗਈ, ਮੋਤੀ ਦੁੱਧ ਲੈ ਕੇ ਆ ਗਿਆ। ਵੇ ਮੋਤੀ, 2 ਦਿਨ ਤਾਂ ਸਾਹਿਬਜ਼ਾਦੇ ਮੇਰੇ ਕੋਲ ਮੁੜ ਆਏ ਸੀ, ਅੱਜ ਆਏ ਨਹੀਂ ਲਾਲ। ਚੁੱਪ, ਮੋਤੀ ਚੁੱਪ ਕਰ ਗਿਆ। ਫਿਰ ਪੁੱਛਿਆ, ਦੱਸਦਾ ਨਹੀਂ? ਬੜਾ ਰੋਕਿਆ ਮੋਤੀ ਮਹਿਰੇ ਨੇ, ਪਰ ਉਹਦਾ ਦਿਲ ਰੁਕਿਆ ਨਾ। ਉੱਚੀ ਉੱਚੀ ਭੁੱਬਾਂ ਨਿਕਲ ਗਈਆਂ। ਮਾਤਾ, ਅੱਜ ਤੇਰੇ ਲਾਲ ਤੇਰੇ ਕੋਲ ਨਹੀਂ ਆਉਣੇ, ਦਾਦੇ ਕੋਲ ਚਲੇ ਗਏ। ਪਰ ਉਮਰਾਂ ਛੋਟੀਆਂ ਸੀ, ਸਾਕੇ ਵੱਡੇ ਕਰ ਗਏ। ਸਾਧ ਸੰਗਤ ਜੀ, ਜਿੰਨਾ ਵੱਡਾ ਇਕੱਠ ਸਰਹੰਦ ਫਤਿਹਗੜ੍ਹ ਸਾਹਿਬ ਹੁੰਦਾ ਹੈ, ਸਾਹਿਬਜ਼ਾਦੇ ਛੋਟੇ ਨੇ, ਕੁਰਬਾਨੀਆਂ ਵੱਡੀਆਂ। ਪਰ ਇਹ ਗੱਲ ਦੁੱਖ ਨਾਲ ਕਹਿਣੀ ਪੈਂਦੀ ਹੈ, ਤੁਹਾਡੇ 'ਚ ਬੜੀ ਸੰਗਤ ਨੇ ਜਾਣਾ ਹੈ, ਪਰ ਉੱਥੇ ਘੱਟ ਪੱਗਾਂ ਵਾਲੇ ਤੁਸੀਂ ਦੇਖੋਗੇ ਸਭ ਰੁਮਾਲ ਬੰਨ੍ਹ ਕੇ ਫਿਰਦੇ ਹੋਣਗੇ। ਅਤੇ ਕੋਈ ਕਥਾ ਕੀਰਤਨ ਨਹੀਂ ਸੁਣ ਰਿਹਾ, ਕੋਈ ਇੱਧਰੋਂ ਗੇੜੇ ਕੱਢਦਾ, ਕੋਈ ਇੱਧਰੋਂ ਕੱਢ ਰਿਹਾ। ਕਿਉਂ ਗਏ ਹੋ ਤੁਸੀਂ ਉੱਥੇ? ਕੀ ਲੈਣ ਗਏ ਹੋ? ਤੁਹਾਡੀਆਂ ਅੱਖਾਂ ਨਰਮ ਨਹੀਂ ਹੋਈਆਂ ਜਾ ਕੇ ਉੱਥੇ, ਅਤੇ ਸਰਹੰਦ ਕੀ ਕਰਨ ਗਏ ਸੀ ਤੁਸੀਂ? ਉਹਨਾਂ ਦੀ ਯਾਦ ਵਿੱਚ ਮਿਸਤਰੀ ਫਾਰਮ ਵਾਲੇ ਗੁਰਮੁਖ ਪਿਆਰੇ ਪ੍ਰਬੰਧਕਾਂ ਨੇ ਇਹ 4 ਦੀਵਾਨ ਰੱਖੇ ਸੀ। ਅੱਜ ਚੌਥਾ ਦੀਵਾਨ ਹੁਕਮਨਾਮਾ ਸਾਹਿਬ ਤੋਂ ਬਾਅਦ ਸਮਾਪਤ ਹੋ ਜਾਣਾ ਹੈ। ਦਿਨ ਦੇ ਦੀਵਾਨ ਇੱਥੇ ਨੇੜੇ ਆਪਣੇ ਛੱਜੂਪੁਰ ਧਰੇੜੀ, ਛੱਜੂਪੁਰ ਦੀਵਾਨ, ਉੱਥੇ 2 ਦੀਵਾਨ ਕੱਲ੍ਹ ਦਾ ਅਤੇ ਪਰਸੋਂ ਦਾ ਰਹਿੰਦਾ ਹੈ। ਸੋ ਸਾਧ ਸੰਗਤ ਜੀ, शहीदों की चिताओं पर लगेंगे हर बरस मेले, कौम पर मिटने वालों का आखिरी यही निशान होगा। ये सूरबीरां दी शहीदां दी कौम है, जिन्ने शहीद इस कौम विच होए ने। कोई दिन खाली नहीं साल दे विच। सानू उन्हां शहीदां दे पाए पूरनियां उत्ते चलना चाहिए। जिनके दिन मनाते हो उनकी बात भी मानो। सो इन्नियां क बेनतियां प्रवान, समा आग्या नहीं दिंदा, उपर हो गया। आनंद साहिब दा पाठ करिए, फिर अरदास, हुक्मनामा साहिब सरवण।